ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੇਰੇ ਨਾਲ ਸਟੂਡੀਓ ਵਿੱਚ ਇੱਕ ਐਸੀ ਸ਼ਖਸੀਅਤ ਹੈ ਜਿਸਨੇ ਕਿੰਨੇ ਹੀ ਪ੍ਰਾਈਮ ਮਿਨਿਸਟਰਸ ਨਾਲ ਕੰਮ ਕੀਤਾ ਹੈ। ਉਹਨਾਂ ਦਾ 35 ਸਾਲਾਂ ਦਾ ਜਿਹੜਾ ਕੰਮ ਹੈ, ਐਕਸਪੀਰੀਅੰਸ ਹੈ, ਇਸ ਫੀਲਡ ਵਿੱਚ ਸਾਨੂੰ ਇੰਨਾ ਕੁਝ ਸਿਖਾ ਸਕਦਾ ਨਾ ਕਿ ਤੁਸੀਂ ਜਦੋਂ ਇੰਟਰਵਿਊ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਯਾਰ ਇਹ ਵੀ ਡੈਜ਼ਿਗਨੇਸ਼ਨ ਐਗਜ਼ਿਸਟ ਕਰਦੀ ਹੈ, ਇਹ ਵੀ ਕੰਮ ਹੈ ਤੇ ਇਹਦੇ ਕਰਕੇ ਕਮਿਊਨਿਟੀ ਕਿਵੇਂ ਜੁੜ ਕੇ ਰਹਿੰਦੀ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਤੇ ਮੈਂ ਸਵਾਗਤ ਕਰਨਾ ਚਾਹੂੰਗੀ ਕੌਂਸਲਰ ਜਨਰਲ ਤੋਂ ਕਾਉਂਸਲ MP ਸਿੰਘ ਜੀ ਦਾ, ਤੇ ਇਹ ਫਾਰਮਰ ਐਂਬੈਸਡਰ ਆਫ ਇੰਡੀਆ ਟੂ ਮੰਗੋਲੀਆ ਵੀ ਨੇ ਤੇ ਅਨੇਕਾਂ ਡੈਜ਼ਿਗਨੇਸ਼ਨਸ ਨੇ। ਮੈਂ ਤੁਹਾਨੂੰ ਹਜੇ ਦੱਸ ਨਹੀਂ ਸਕਦੀ, ਤਾਂ ਮੈਂ ਇਹਨਾਂ ਤੋਂ ਹੀ ਪੁੱਛਾਂਗੀ। ਸਰ, ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਹਮਦਰਦ ਟੀਵੀ ਟੋਰਾਂਟੋ ਦੇ ਸਟੂਡੀਓ ਦੇ ਵਿੱਚ। ਕਿਵੇਂ ਲੱਗ ਰਿਹਾ ਤੁਹਾਨੂੰ? ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਮਾਈ ਵਾਰਮੈਸਟ ਗ੍ਰੀਟਿੰਗਸ ਟੂ ਯੂ। ਤੇ ਬਹੁਤ ਅੱਛਾ ਲੱਗ ਰਿਹਾ ਹੈ। ਮੈਂ I was in Canada serving here from 2006 to 2010। ਤਾਂ ਐਡੇ ਸਾਲਾਂ ਬਾਅਦ ਜਦੋਂ ਵਾਪਸੀ ਆਓ ਤੇ ਜਦੋਂ ਆਪਣੇ ਸਾਰੇ ਪੁਰਾਣੇ ਮਿੱਤਰਾਂ ਨੂੰ, ਫਰੈਂਡਸ ਨੂੰ, ਕਲੀਗਸ ਨੂੰ ਮਿਲੋ ਤੇ ਤੁਹਾਨੂੰ ਸੇਮ ਵਾਰਮਥ ਮਿਲੇ ਤੇ ਲੱਗਦਾ ਹੈ ਕਿ ਯੂ ਹੈਵ ਡਨ ਸਮਥਿੰਗ ਸੋ ਦੈਟ ਦੇ ਰਿਕਗਨਾਈਜ਼ ਯੂ। ਬਹੁਤ ਅੱਛਾ ਲੱਗ ਰਿਹਾ ਜੀ। ਐਂਡ ਹਮਦਰਦ ਐਂਡ ਮਾਈ ਕਨੈਕਸ਼ਨ ਗੋਜ਼ ਬੈਕ ਟੂ ਮੈਨੀ years with Mr. Puller, way back almost 26 ਸਾਲ 27 ਸਾਲ ਪਹਿਲਾਂ we first connected and later we stay connected। ਉਹ ਮੁਲਾਕਾਤ ਬਾਰੇ ਵੀ ਗੱਲ ਕਰਾਂਗੇ। ਮੈਨੂੰ ਤਾਂ ਆਪ ਬਹੁਤ ਕਿਉਰਿਓਸਿਟੀ ਹੈ ਕਿ ਕਿਵੇਂ ਤੁਸੀਂ ਮਿਲੇ। ਤੇ ਸਭ ਤੋਂ ਪਹਿਲਾਂ ਮੈਂ ਤਾਂ ਇਹ ਪੁੱਛਣਾ ਚਾਹੂੰਗੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੂੰਗੀ ਤੁਹਾਨੂੰ ਪੋਲਰ ਸਟਾਰ, ਜੋ ਕਿ ਮੰਗੋਲੀਆ ਦਾ ਇੱਕ ਬਹੁਤ ਵੱਡਾ ਅਵਾਰਡ ਹੈ। ਫॉर ਐਗਜ਼ਾਮਪਲ ਜਿਵੇਂ ਇੰਡੀਆ 'ਚ ਭਾਰਤ ਰਤਨਾ ਇੱਕ ਵੱਡਾ ਅਵਾਰਡ ਹੁੰਦਾ, ਉਹਦਾ ਮੰਗੋਲੀਆ ਦਾ ਸਰ ਨੂੰ ਆਫਟਰ ਰਿਟਾਇਰਮੈਂਟ ਤੁਹਾਨੂੰ ਪੋਲਰ ਸਟਾਰ ਦਾ ਅਵਾਰਡ ਮਿਲਿਆ। ਤਾਂ ਪੂਰੀ ਟੀਮ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਰ। ਥੈਂਕ ਯੂ ਜੀ, ਥੈਂਕ ਯੂ। ਆਈ ਥਿੰਕ ਇਹ ਜਿਹੜਾ ਵਿੰਡੀਕੇਸ਼ਨ ਹੈ ਜਾਂ ਐਕਨੋਲੇਜਮੈਂਟ ਹੈ ਕਿ ਜੋ ਕੰਮ ਤੁਸੀਂ ਸਿੰਸੀਅਰਿਟੀ ਨਾਲ ਕਰ ਰਹੇ ਹੋ, ਭਾਰਤ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਦਾ ਜਿਹੜਾ ਮੌਕਾ ਮਿਲਿਆ ਐਜ਼ ਅੰਬੈਸਡਰ ਦੇ ਤੌਰ ਤੇ ਇਨ ਮੰਗੋਲੀਆ। ਮੈਂ 2019 to 2023 5 ਸਾਲ ਉੱਥੇ ਸੀਗਾ ਤੇ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਹੈਗਾ, ਸਿੰਗਲ ਲਾਰਜੈਸਟ ਪ੍ਰੋਜੈਕਟ ਅੰਡਰ ਲਾਈਨ ਆਫ ਕ੍ਰੈਡਿਟ ਬੋਲਦੇ ਉਹਨੂੰ, ਤੇ 1.7 ਬਿਲੀਅਨ US$ ਦਾ ਰਿਫਾਈਨਰੀ ਸੈਟਅਪ ਕਰਨ ਦਾ ਸੀਗਾ, ਪਲੱਸ 2 IT ਸੈਂਟਰ ਸੀਗੇ ਤੇ ਸਕੂਲ ਸੀਗਾ, 6-7 ਹੋਰ ਸੀਗੇ ਪ੍ਰੋਜੈਕਟ। ਤੇ they have been successfully established by ਜਿਹੜੀ ਰਿਫਾਈਨਰੀ ਹੈ ਉਹ it will be established in 2 years। so I think ਉਹਨਾਂ ਦੇ ਲਈ ਜਿਹੜਾ ਮੈਂ ਕੰਮ ਕਰ ਸਕਿਆ ਗਵਰਨਮੈਂਟ ਆਫ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋਏ ਐਂਡ ਵਿਦ ਦਾ ਫੁੱਲ ਸਪੋਰਟ ਆਫ ਲੀਡਰਸ਼ਿਪ, ਆਈ ਥਿੰਕ ਉਹਦੀ ਰੈਕਗਨੀਸ਼ਨ ਜਿਹੜੀ ਹੋਈ ਹੈ ਤੇ ਪਰਸਨਲੀ ਮੈਨੂੰ ਅੱਛਾ ਲੱਗਾ। ਤੇ ਮੋਰ ਦੈਨ ਦੈਟ ਇਟ ਇਜ਼ ਅ ਰੈਕਗਨੀਸ਼ਨ ਆਫ ਇੰਡੀਆ ਇਨ ਮੰਗੋਲੀਆ ਕਿ ਉਹਨਾਂ ਦਾ ਸਭ ਤੋਂ ਹਾਈਐਸਟ ਅਵਾਰਡ ਪੋਲਰ ਆਰਡਰ ਆਫ ਪੋਲਰ ਸਟਾਰ ਵਾਸ ਕਨਫਰਡ। ਯੈਸ, ਇਹ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਜਦੋਂ ਵੀ ਇੱਕ ਬੰਦੇ ਦੇ ਜਦੋਂ ਮਿਹਨਤ ਦਾ ਕੰਮ ਜਦੋਂ ਉਹਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਇਟਸ ਇਕੁਅਲੀ ਆਈ ਥਿੰਕ ਬੈਨੀਫੀਸ਼ੀਅਲ ਫॉर द ਹੋਲ ਕਮਿਊਨਿਟੀ। ਸਾਰੀ ਕਮਿਊਨਿਟੀ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ, ਮੈਨੂੰ ਲੱਗਦਾ ਹੈ। ਬਿਲਕੁਲ ਠੀਕ ਕਿਹਾ ਤੁਹਾਨੂੰ। ਦੇਖੋ, when you represent your nation, ਤੇ you also represent in some way the community that you come from। ਤਾਂ ਮੈਂ I have been wearing red turban, which is my hallmark। It was not only the recognition, I think, at the highest level, but in some part, in some way, it is also recognition of the turban that I represented। Yes, 100% agree, sir। Let's talk about Mongolia। Mongolia ਵਿੱਚ ਕਿੱਦਾਂ ਦਾ ਤੁਹਾਡਾ ਸਫ਼ਰ ਰਿਹਾ? ਕਿੱਦਾਂ ਦੇ ਲੋਕ ਸੀਗੇ? ਕਲਚਰ ਕੀ ਇੰਡੀਆ ਨਾਲ ਥੋੜਾ ਮੈਚ ਕਰਦਾ ਹੈ ਕਿ ਇਟਸ ਟੋਟਲੀ ਡਿਫਰੈਂਟ, ਬਿਲਕੁਲ ਹੀ ਅੱਡ ਆ? ਦੇਖੋ, ਮੰਗੋਲੀਆ ਇੱਕ ਕੰਟਰੀ ਹੈ ਜਿਹਦੇ ਬਾਰੇ ਚ ਲੋਕਾਂ ਨੂੰ ਥੋੜਾ ਘੱਟ ਪਤਾ ਹੈ। ਜੀ ਜੀ। ਤੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ। ਮੰਗੋਲੀਆ ਜਿਹੜਾ ਕੰਟਰੀ ਹੈ, ਇਟ ਇਜ਼ ਲੋਕੇਟਡ ਬਿਟਵੀਨ ਰਸ਼ੀਆ ਐਂਡ ਚਾਈਨਾ। ਮੰਗੋਲੀਆ ਕਰੰਟ ਜਿਹੜੀ ਕੰਟਰੀ ਹੈ is half the size of India, but with a very small population of 3.4 lakhs, but a successful economic country। ਡਿਵੈਲਪਿੰਗ ਹੀ ਕਹਿੰਦੇ ਅਸੀਂ ਉਹਨਾਂ ਨੂੰ, ਬਟ ਪਰ ਕੈਪੀਟਾ ਉਹਨਾਂ ਦੀ ਫਿਗਰਸ ਵਿੱਚ ਭਾਵੇਂ ਛੋਟੇ ਨੇ ਤੇ ਕਾਫੀ ਸਬਸਟੈਂਸ਼ੀਅਲ ਹੈ। $5,000 ਦੇ ਕਰੀਬ ਉਹਨਾਂ ਦੀ ਪਰ ਕੈਪੀਟਾ ਇਨਕਮ ਹੈ। ਕੰਟਰੀ ਐਜ਼ ਆਈ ਸੈਡ ਕਿ ਹਾਫ ਦ ਸਾਈਜ਼ ਆਫ ਇੰਡੀਆ ਤੇ ਕਾਫੀ ਡਾਈਵਰਸ ਹੈ। ਔਰ ਜੋ ਚੰਗੇਜ਼ ਖਾਨ ਦਾ ਤੁਸੀਂ ਕਦੇ ਨਾਂ ਸੁਣਿਆ ਹੋਵੇ, ਤੇ ਚੰਗੇਜ਼ ਖਾਨ ਰੂਲਡ ਪ੍ਰੈਕਟੀਕਲੀ ਜਸਟ ਕਲੋਜ਼ ਟੂ ਯੂਰਪ ਫਰੋਮ ਕੋਰੀਆ। ਇਹ ਲਾਰਜੈਸਟ ਲੈਂਡ ਮਾਸ in the history of mankind
ਚੰਗੇਜ਼ ਖਾਨ ਨੇ ਰੂਲ ਕੀਤਾ, ਤਾਂ ਚੰਗੇਜ਼ ਖਾਨ ਇਜ਼ ਦ ਮੇਨ ਪ੍ਰੋਟੈਗੋਨਿਸਟ, ਤੁਸੀਂ ਕਹਿ ਸਕਦੇ ਹੋ ਕਿ ਫਾਦਰ ਆਫ ਦ ਨੇਸ਼ਨ ਉੱਥੇ ਮੰਨਿਆ ਜਾਂਦਾ ਹੈ। ਉਹਨਾਂ ਲਈ ਕਈ ਸਪੈਸ਼ਲੀ ਵੈਸਟ ਵਿੱਚ ਇੱਕ ਸਟੈਂਡਰਡ ਇਮੇਜ ਹੈ ਆਫ ਕਿ ਬਈ ਕਾਫੀ ਬਰੂਟਲ ਸੀਗੇ, ਲੇਕਿਨ ਹੀ ਹੈਡ ਬੋਥ ਦ ਪਰਸਨੈਲਿਟੀਜ਼। ਤੇ ਜੈਂਡਰ ਇਕੁਐਲਿਟੀ ਦੀ ਗੱਲ ਕਰੀਏ ਤੇ ਉਹਨਾਂ ਨੇ ਅੱਜ ਤੋਂ ਆਲਮੋਸਟ 800-900 ਸਾਲ ਪਹਿਲਾਂ ਹੀ ਸਪੋਕ ਅਬਾਊਟ ਜੈਂਡਰ ਇਕੁਐਲਿਟੀ। ਐਂਡ ਜੋ ਤੁਸੀਂ ਪਾਸਪੋਰਟ ਦੇਖਦੇ ਹੋ ਉਹਦਾ ਓਰੀਜਨ ਇਜ਼ ਇਨ ਮੰਗੋਲੀਆ। ਉਹਨੂੰ ਗ੍ਰੈਗ ਕਹਿੰਦੇ ਸੀਗੇ, ਤੇ ਇੱਕ ਪਲੇਟ ਹੁੰਦੀ ਸੀ 골ਡ ਔਰ ਸਿਲਵਰ ਦੀ, ਉਹ ਉਹਨਾਂ ਨੂੰ ਦਿੱਤੀ ਜਾਂਦੀ ਸੀਗੀ। ਤੇ ਜੋ ਤੁਸੀਂ ਸਿਲਕ ਰੂਟ ਕਹਿੰਦੇ ਹੋ ਅੱਜ ਕੱਲ, that was what his domain was। and ਤੇ ਕਈ ਚੀਜ਼ਾਂ ਵਿੱਚ ਮੰਗੋਲੀਆ ਕਾਫੀ ਖੂਬਸੂਰਤ ਕੰਟਰੀ ਹੈ। ਰੀਸੈਂਟਲੀ ਕੀ ਹੋਇਆ ਕਿ ਲੋਨਲੀ ਪਲੈਨਟ ਜਿਹੜਾ ਹੈਗਾ, ਇਹਨਾਂ ਨੇ ਮੰਗੋਲੀਆ ਨੂੰ 2025 ਵਿੱਚ the country to visit declare ਕੀਤਾ, which is a very very huge honor। ਤੇ ਕੰਟਰੀ ਦੀ ਇਕਨੋਮੀ ਪ੍ਰਾਇਮਰੀਲੀ ਮਾਈਨਿੰਗ ਤੇ ਡਿਪੈਂਡੈਂਟ ਹੈ, ਤੇ ਕੋਲ, ਕਾਪਰ, ਕਸ਼ਮੀਰ ਜਿਹਨੂੰ ਪਸ਼ਮੀਨਾ ਅਸੀਂ ਕਹਿੰਦੇ ਆ ਉਹ, ਐਂਡ ਗੋਲਡ, ਐਂਡ ਪੰਜਵਾਂ ਟੂਰਿਜ਼ਮ। ਇਹ ਮੇਨ ਸਟੇ ਹੈ ਉਹਨਾਂ ਦੀ ਇਕਨੋਮੀ ਦੇ। ਕੰਟਰੀ 3.4 ਮਿਲੀਅਨ ਪੀਪਲ ਹੈ, ਰਫਲੀ 70% ਫੋਲੋਜ਼ ਬੁੱਧਿਜ਼ਮ। ਤੇ ਇੰਡੀਆ ਤੋਂ ਜਿਹੜਾ ਸਭ ਤੋਂ ਵੱਡਾ ਕਨੈਕਟ ਹੈ ਸਾਡਾ with Mongolia happens to be through Buddhism। ਤਾਂ ਮੈਂ ਜਦੋਂ ਉੱਥੇ ਸੀਗਾ ਤੇ I used to explain to people ਕਿ ਵੀ 4 ਪਲੇਟਫਾਰਮ ਨੇ, 4 Ds ਨੇ ਜਿਹੜੇ ਸਾਨੂੰ ਕਨੈਕਟ ਕਰਦੇ ਨੇ। ਫਰਸਟ ਵਾਸ ਧਰਮਾ, Buddhism, second was development partnership, ਮੈਂ ਤੁਹਾਨੂੰ ਹੁਣ ਦੱਸਿਆ ਕਿ ਸਾਡਾ ਸਭ ਤੋਂ ਵੱਡਾ। ਤੀਜਾ ਸੀਗਾ ਡੈਮੋਕ੍ਰੇਸੀ, ਕਿਉਂਕਿ it is the only democracy in the region। and ਚੌਥਾ ਸੀਗਾ ਡਿਜੀਟਲ ਡਿਵੈਲਪਮੈਂਟ। ਉਹਦੇ ਲਈ ਅਸੀਂ 3 ਜੋ ਇੱਕ IT ਸੈਂਟਰ, ਸਾਈਬਰ ਸਿਕਿਉਰਿਟੀ ਸੈਂਟਰ ਲਈ ਉਹਨਾਂ ਨੂੰ ਕੈਪੈਸਿਟੀ ਬਿਲਡਿੰਗ ਵਿੱਚ ਅਸੀਂ ਹੈਲਪ ਕੀਤੀ ਹੈ। ਤੋ ਇਨ ਸ਼ਾਰਟ ਮੰਗੋਲੀਆ ਇਜ਼ ਨੋਨ ਐਜ਼ ਲੈਂਡ ਆਫ ਦ ਇਟਰਨਲ ਬਲੂ ਸਕਾਈ। ਇਨ ਟਰਮਸ ਆਫ ਟੈਂਪਰੇਚਰ ਤੁਸੀਂ ਹੈਰਾਨ ਹੋਵੋਗੇ ਕਿ ਜੀ -40 ਉੱਥੇ ਨਾਰਮਲ ਹੈ, very routine, and wind chill नहीं है, लेकिन -40 साइबेरियन winds करके हैगा। लेकिन जो sunshine makes it very unbelievably pleasant। ਤਾਂ ਸਾਲ ਵਿੱਚ ਕਰੀਬਨ 7 ਮਹੀਨੇ is covered with snow, but ਜਦੋਂ ਸਮਰ ਆਂਦੀ ਹੈ ਤੇ 3 ਮਹੀਨੇ it's covered with greenery। so in short ਅਗਰ ਮੈਂ ਕਹਾਂ ਤੇ it's one of the nature's wonder। ਉੱਥੇ ਡੈਜ਼ਰਟ ਵੀ ਹੈ, ਟੈਗਾ ਵੀ ਹੈ, ਫਲੈਟ ਟੇਰੇਨ ਵੀ ਹੈ। ਹਾਰਸਸ ਮੰਗੋਲੀਆ ਦੇ ਬੜੇ ਪਪੂਲਰ ਨੇ, they are the most sturdiest horses in the world, ਭਾਵੇਂ ਵੱਡੇ ਨਹੀਂ ਹੁੰਦੇ। ਤੇ ਮੰਗੋਲੀਅਨ ਲੋਕ ਜਿਹੜੇ ਨੇ ਆਪਣੇ ਰਸਲਿੰਗ ਲਈ, ਆਪਣੇ ਪਾਵਰ ਲਈ, ਔਰ ਲੇਡੀਜ਼ ਆਪਣੇ ਕੰਮ ਲਈ ਕਾਫੀ ਮਸ਼ਹੂਰ ਨੇ ਜੀ। ਤੇ ਮੈਂ ਬੜੀ ਮਤਲਬ ਇੰਟਰੀਗਿੰਗ ਜੀ ਗੱਲ ਹੈ ਕਿ ਮਤਲਬ ਹੈ ਨਾ, ਮੰਗੋਲੀਆ ਮੈਂ ਕਦੇ ਕਾਈਂਡ ਆਫ ਸਾਡੀ ਕਨਵਰਸੇਸ਼ਨ ਕਦੇ ਆਂਦਾ ਹੀ ਨਹੀਂ ਹੈਗਾ। whenever we talk about ਕੁਝ ਨਹੀਂ ਘੁੰਮਣ ਜਾਣਾ ਹੈ ਜਾਂ ਫਿਰ ਕੁਝ ਡਿਸਕਵਰ ਕਰਨਾ ਹੈ ਤਾਂ ਕਦੇ ਵੀ ਨਹੀਂ ਆਂਦਾ ਹੈਗਾ ਦਿਮਾਗ 'ਚ। ਤੇ ਬਟ ਮੈਂ ਇਹ ਬਹੁਤ ਜਾਣਨਾ ਚਾਹੂੰਗੀ ਕਿ ਜਦੋਂ ਤੁਸੀਂ ਉੱਥੇ ਗਏ ਤਾਂ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਸੀਗੇ, ਉਹਨਾਂ ਦੇ ਮਨ 'ਚ ਕੋਈ ਮਿਥ ਸੀਗੇ ਕਿ ਇੰਡੀਅਨਸ ਏਦਾਂ ਹੁੰਦੇ ਨੇ? ਤੁਹਾਨੂੰ ਹੈਰਾਨੀ ਹੋਏਗੀ ਕਿ ਜੀ ਇੰਡੀਆ ਵਿੱਚ ਮੰਗੋਲੀਆ ਦੀ ਅਵੇਅਰਨੈਸ ਉਨੀ ਨਹੀਂ ਹੈ। I would put it at a less than 2% or less than 1%। लेकिन मंगोलिया which India the awareness is huge। so converse is huge कि practically हर मंगोलियन ਨੂੰ ਪਤਾ ਹੈ ਕਿ ਇੰਡੀਆ ਕਿੱਥੇ ਹੈ ਔਰ ਇੰਡੀਆ ਲਈ ਉਹਨਾਂ ਨਾਲ ਕਨੈਕਟ ਕੀ ਹੈਗਾ। 3000 ਸਾਲ ਪਹਿਲਾਂ ਤੋਂ ਕਨੈਕਟ ਹੈਗਾ ਮੰਗੋਲੀਆ ਤੇ ਇੰਡੀਆ ਦਾ। that is primarily Buddhism ਦੇ ਥਰੂ। ਜਿਹੜਾ ਬੁੱਧਿਜ਼ਮ ਮਾਈਗ੍ਰੇਟ ਹੋਇਆ ਹੈਗਾ ਤੇ ਉਹ ਹੋਇਆ ਆਪਣੇ ਹਿਮਾਲਿਆਸ ਤੋਂ, ਸਟੈਪਿਸ ਤੋਂ ਜਾ ਕੇ, ਮੰਗੋਲੀਅਨ ਸਟੈਪਸ ਬੋਲਦੇ ਨੇ ਉਹਨੂੰ, ਉੱਥੇ ਜਾ ਕੇ ਸੈਟਲ ਹੋਇਆ। ਤੇ ਜਿਹੜੇ ਭਗਵਾਨ ਬੁੱਧ ਦੇ ਜਿਹੜੇ 2 ਡਿਸਾਈਪਲ ਸੀਗੇ, ਮੁਗਦਲਾਨਾ ਐਂਡ ਸਾਰੀਪੁੱਤਾ, ਉਹਨਾਂ ਦਾ ਵੀ ਕਾਫੀ ਜ਼ਿਕਰ ਆਉਂਦਾ। ਤੇ ਉਹਨਾਂ ਦੇ ਜਿਹੜੇ ਪਹਿਲੇ ਪ੍ਰਾਈਮ ਮਿਨਿਸਟਰ ਸੀਗੇ 1923 ਵਿੱਚ, ਉਹਨਾਂ ਨੇ ਇੰਡੀਆ ਨੂੰ ਸਪਿਰਿਚੁਅਲ ਨੇਬਰ ਔਰ ਸਪਿਰਿਚੁਅਲ ਬ੍ਰਦਰ, ਮੈਂ ਉਹਨੂੰ ਐਲੀਵੇਟ ਕਰਕੇ ਬੋਲਣਾ, ਦਾ ਟਰਮ ਕੋਇਨ ਕੀਤਾ। ਤੇ ਇੱਕ ਐਵਰੇਜ ਮੰਗੋਲੀਅਨ ਨੂੰ ਇੰਡੀਆ ਦੇ ਬਾਰੇ ਵਿੱਚ ਕਾਫੀ ਜ਼ਿਆਦਾ ਪਤਾ ਹੈ, ਭਾਵੇਂ ਉਹ ਮਹਾਤਮਾ ਗਾਂਧੀ ਹੋਏ, ਭਾਵੇਂ ਕਰੰਟ ਮੋਦੀ ਜੀ ਹੋਣ, ਉਹਨਾਂ ਨੇ ਪਹਿਲਾ ਵਿਜ਼ਿਟ ਕੀਤਾ ਸੀ 2015 ਵਿੱਚ।
ਔਰ ਜਾਂ ਵਾਟ ਇੰਡੀਆ ਸਟੈਂਡ ਫॉर ਤੇ ਕਾਫੀ ক্লোਜ਼ ਕਨੈਕਟ ਹੈਗਾ ਐਂਡ ਆਈ ਵਿਸ਼ ਕਿ ਜਦੋਂ ਮੇਰੇ ਟੈਨਿਓਰ ਦੇ ਦੌਰਾਨ ਅਸੀਂ 2-3 ਇਨੀਸ਼ੀਏਟਿਵ ਲਏ ਸੀਗੇ, ਇੱਕ ਤੇ ਡਾਇਰੈਕਟ 에ਅਰ ਕਨੈਕਟੀਵਿਟੀ ਤੇ ਉਹ ਆਈ ਥਿੰਕ ਇਟ ਇਜ਼ ਹੋਪਫੁਲੀ 2 years after my retirement is now likely to be implemented in October. ਇੱਕ ਡਾਇਰੈਕਟ ਫਲਾਈਟ ਜਾਏਗੀ ਬਿਟਵੀਨ ਦਿੱਲੀ ਐਂਡ ਉਲਾਨ ਬਾਤਾਰ। ਉਹਦੇ ਲਈ ਪੇਪਰ ਵਰਕ ਹੋ ਗਿਆ ਹੈ, ਹੋਪਫੁਲੀ ਅਕਤੂਬਰ ਵਿੱਚ ਹੋਏਗੀ ਤੇ ਇਹ ਕਨੈਕਟ ਹੋਰ ਵੱਧ ਜਾਏਗਾ ਐਂਡ ਮੇਰੀ ਉਮੀਦ ਹੈ ਕਿ ਕਿਉਂਕਿ ਜਿਵੇਂ ਤੁਸੀਂ ਦੇਖ ਰਹੇ ਹੋ ਦੁਨੀਆ ਵਿੱਚ ਜਿਹੜਾ ਟੂਰਿਜ਼ਮ ਦਾ ਟ੍ਰੈਂਡ ਬਦਲ ਰਿਹਾ ਉਹ ਇੱਕ ਯੂਰਪ ਦਾ ਜਾਂ ਡਿਵੈਲਪ ਕੰਟਰੀ ਦਾ ਟ੍ਰੈਂਡ ਜਾਂ ਦੁਬਈ ਜਾਣ ਦਾ ਟ੍ਰੈਂਡ ਜਾਂ ਸਿੰਗਾਪੁਰ ਜਾਣ ਦਾ ਟ੍ਰੈਂਡ ਘੱਟ ਹੋ ਗਿਆ। ਹੁਣ ਲੋਕੀ ਪਸੰਦ ਕਰਦੇ ਨੇਚਰ ਐਂਡ ਮੰਗੋਲੀਆ ਇਜ਼ ਆਈ ਥਿੰਕ ਪਰਹੈਪਸ ਦ ਲਾਸਟ ਬੈਸਟੀਅਨ ਆਫ ਅਨਟੇਮਡ ਨੇਚਰ, raw nature। ਕਿ ਤੁਸੀਂ ਜੇ ਟਰੈਵਲ ਕਰੋ ਤੇ ਸ਼ਾਇਦ 100 ਕਿਲੋਮੀਟਰ ਤੱਕ ਤੁਹਾਨੂੰ 100 ਬੰਦੇ ਨਾ ਨਜ਼ਰ ਆਉਣ ਲੇਕਿਨ 1 ਲੱਖ ਘੋੜੇ ਤੇ ਜਾਨਵਰ ਨਜ਼ਰ ਆ ਜਾਂਦੇ ਨੇ ਐਂਡ ਇਟਰਨਲ ਬਲੂ ਸਕਾਈ। ਤੇ ਮੇਰਾ ਇੱਕ ਫੋਟੋਗ੍ਰਾਫਰ ਫਰੈਂਡ ਸੀਗਾ ਤੇ ਉਹ ਕਹਿੰਦਾ ਸੀਗਾ ਯੂ ਹੈਵ ਟੂ ਬੀ ਐਨ ਐਬਸੋਲੂਟ ਡੱਡ ਟੂ ਨਾਟ ਟੇਕ ਅ ਫੋਟੋਗ੍ਰਾਫ ਕਿਉਂਕਿ ਉੱਥੇ ਜਿਹੜਾ ਲਾਈਟਿੰਗ ਔਰ ਸਨਸ਼ਾਈਨ ਐਂਡ ਬਲੂ ਸਕਾਈ ਹੈ ਉਹ ਕਿਸੇ ਵੀ ਫੋਟੋ ਨੂੰ ਇੰਨਾ ਖੂਬਸੂਰਤ ਬਣਾ ਦਿੰਦਾ ਕਿ ਯੂ ਲਾਈਕ ਟੂ ਚੈਰਿਸ਼ ਇਟ। ਤੇ ਆਈ ਵਿਸ਼ ਆਈ ਹੋਪ ਐਂਡ ਆਈ ਪ੍ਰੇ ਕਿ ਜਿਹੜੀ ਅਵੇਅਰਨੈਸ ਹੈ ਮੰਗੋਲੀਆ ਦੀ ਇਨ ਇੰਡੀਆ, ਕੈਨੇਡਾ ਤੇ ਫਿਰ ਲੋਕੀ ਜਾਂਦੇ ਨੇ, ਸ਼ੁੱਡ ਬੀ ਲਿਟਲ ਮੋਰ। ਜੀ ਬਿਲਕੁਲ ਬਿਲਕੁਲ, ਲਾਈਕ ਇਟਸ ਅ ਮੋਰ ਡਿਸਕਵਰੇਬਲ ਪਲੇਸ, ਇਟਸ ਨਿਊ ਐਂਡ ਜਿਵੇਂ ਤੁਸੀਂ ਕਿਹਾ ਕਿ ਮਤਲਬ ग्रीनरी है, वाइल्ड लाइफ है एंड पिक्चर खिंचोगे तो होर खूबसूरत आएगी, ਇਹ ਵੀ ਗੱਲ ਹੈ। ਤੇ ਮਤਲਬ ਮੈਂ ਹਮੇਸ਼ਾ ਨਾ ਜਦੋਂ ਕਿਸੇ ਨਵੀਂ ਜਗ੍ਹਾ ਦੀ ਗੱਲ ਹੁੰਦੀ ਹੈ, ਘੁੰਮਣ ਦੀ ਗੱਲ ਹੁੰਦੀ ਨਾ, ਉੱਥੇ ਖਾਣੇ ਦੀ ਗੱਲ ਵੀ ਹੁੰਦੀ ਹੈ। ਸੋ ਫੂਡ ਬਾਰੇ ਗੱਲ ਕਰਦੇ ਆ, ਤੁਸੀਂ ਫੂਡੀ ਹੋ, ਤੁਸੀਂ ਫੂਡ ਪਸੰਦ ਕਰਦੇ ਹੋ? ਮੈਂ ਫੂਡ ਪਸੰਦ ਕਰਨਾ ਜ਼ਰੂਰ, ਲੇਕਿਨ ਤੁਸੀਂ ਇੱਕ ਸੋਚੋ ਕਿ ਮੰਗੋਲੀਆ ਇਜ਼ ਅ ਕੰਟਰੀ ਵੇਅਰ ਤੁਹਾਨੂੰ ਟੈਂਪਰੇਚਰ ਦੱਸੇਗੀ ਨਾ, ਤੁਹਾਨੂੰ -50 ਵੀ ਜਾਂਦਾ ਉਹਨਾਂ ਦਾ, ਤੇ ਉੱਥੇ ਪ੍ਰਾਇਮਰਲੀ ਦੇ ਆਰ ਮੀਟ ਈਟਰਸ ਓਕੇ। ਤੇ ਵੈਜੀਟੇਬਲ ਦੇ ਨਾਂ ਤੇ ਤਾਂ ਸਿਰਫ ਮੇਰੇ ਖਿਆਲ ਵੈਰੀ ਫਿਊ ਅਦਰ ਦੈਨ ਪੋਟੈਟੋ, ਅਦਰ ਦੈਨ ਕੈਰਟ ਸ਼ਹਿਰਾਂ ਵਿੱਚ ਹੈਗੀ ਆ, ਲੇਕਿਨ ਪ੍ਰਾਇਮਰਲੀ ਦੇ ਈਟ ਮੀਟ, ਲੇਕਿਨ ਬੜੀ ਸੈਂਸੀਬਲ ਤਰੀਕੇ ਨਾਲ ਹੈ। ਮੰਗੋਲੀਅਨ ਦੇ ਬਿਲੀਵ ਇਨ ਸਸਟੇਨੇਬਿਲਿਟੀ, ਤਾਂ ਉਹ ਜਾਨਵਰ ਨੂੰ ਤਦ ਤੱਕ ਨਹੀਂ ਮਾਰਦੇ ਜਦ ਤੱਕ ਤੁਹਾਡਾ ਪੁਰਾਣਾ ਫੂਡ ਖਤਮ ਨਹੀਂ ਹੁੰਦਾ। ਤੇ ਅਨਲਾਈਕ ਇਨ ਮੈਨੀ ਅਦਰ ਕੰਟਰੀਜ਼ ਕਿ ਤੁਹਾਨੂੰ ਫ੍ਰਿਜ ਦੀ ਲੋੜ ਹੈ, ਉੱਥੇ ਤੁਹਾਨੂੰ ਫ੍ਰਿਜ ਦੀ ਕੋਈ ਲੋੜ ਨਹੀਂ। ਜੇ ਤੁਸੀਂ ਦੁੱਧ ਵੀ ਹੈ ਜਾਂ ਮੀਟ ਵੀ ਹੈ, ਉਹ ਤੁਸੀਂ ਓਪਨ ਟੈਰੇਨ ਵਿੱਚ ਕਵਰ ਕਰਕੇ ਰੱਖਦੇ ਹੋ ਤੇ ਟੈਂਪਰੇਚਰ ਇਟਸੈਲਫ ਇਜ਼ ਮਚ ਲੈਸ ਦੈਨ what your refrigerator provides। ਤੇ they only use that so long as ਕਿ sustainability ਚੱਲਦੀ ਰਹੇ। ਔਰ ਨੇਚਰ ਦੀ ਕਨੈਕਟੀਵਿਟੀ ਉਹਨਾਂ ਦੀ ਕਾਫੀ ਹੈ, ਜਿਵੇਂ ਅਸੀਂ ਇੰਡੀਆ ਵਿੱਚ ਰੀਯੂਜ਼ ਔਰ ਰੀਸਾਈਕਲ ਦਾ ਕਨਸੈਪਟ ਹੈ, ਉੱਥੇ ਕਾਫੀ ਕਨਸੈਪਟ ਹੈ। ਤੇ ਡੇਅਰੀ ਐਂਡ ਮੀਟ ਆਰ देयर ਪ੍ਰਾਇਮਰੀ ਸੋਰਸ ਆਫ ਫੂਡ ਐਂਡ ਨਿਊਟ੍ਰੀਸ਼ਨ। ਬਟ ਜਿੱਥੇ ਤੱਕ ਮੈਂ ਗੱਲ ਕਰਾਂ, ਤੁਸੀਂ ਹੈਰਾਨ ਹੋਗੇ ਕਿ ਜਿਹੜੇ ਜਾਪਾਨ ਵਿੱਚ ਜਿਹੜੇ ਸੂਮੋ ਰੈਸਲਿੰਗ ਹੈ, ਸੂਮੋ ਰੈਸਲਿੰਗ ਵਿੱਚ ਸਭ ਤੋਂ ਹਾਈਐਸਟ ਕੈਟੇਗਰੀ ਜਿਹੜੀ ਹੈਗੀ ਹੈ ਉਹਨੂੰ ਯੋਕੋਜ਼ੂਨਾ ਬੋਲਦੇ ਨੇ। ਯੋਕੋਜ਼ੂਨਾ ਤੇ ਉਹ ਮਤਲਬ ਸਮਝੋ ਕਿ ਤੁਸੀਂ ਸਭ ਤੋਂ ਉੱਤੇ ਦਾ ਲੈਵਲ ਹੈ। ਐਂਡ ਯੋਕੋਜ਼ੂਨਾ ਅਗਰ ਕੋਈ ਜਾਪਾਨ ਵਿੱਚ ਹੋਏ ਤੇ ਉਹ ਹੀ ਇਜ਼ ਮੋਰ ਰੈਕਗਨਾਈਜ਼ੇਬਲ ਦੈਨ ਮੈਨੀ ਆਫ देयर ਲੀਡਰਸ। ਤੇ 3 ਮੰਗੋਲੀਅਨ ਡਿਸਪਾਈਟ ਬੀਇੰਗ ਮੰਗੋਲੀਅਨਸ ਹੈਵ ਅਟੇਨਡ that level in terms of wrestling, in terms of archery, in terms of general sports। ਕਾਫੀ ਅਵੇਅਰਨੈਸ ਹੈ। ਓਲੰਪਿਕਸ ਵਿੱਚ ਉਹਨਾਂ ਦਾ ਕਾਫੀ ਡਿਸਪਾਈਟ ਬੀਇੰਗ ਸਮਾਲ ਉਹਨਾਂ ਦੀ ਅਚੀਵਮੈਂਟਸ ਕਾਫੀ ਸਟਰੋਂਗ ਰਹੀਆਂ ਨੇ। ਤੇ ਇਹ ਦਿਸ ਇਜ਼ ਆਲ ਬਿਕਾਜ਼ ਆਫ ਫੂਡ that they eat, because protein makes them strong। ਤੇ ਹੋਪਫੁਲੀ ਜਿਹੜਾ ਆਉਣ ਵਾਲੇ ਜਿਹੜੇ ਨਵੀਂ ਜਨਰੇਸ਼ਨ ਹੈ, ਉਹ ਇੱਕ ਐਬਰੇਸ਼ਨ ਹੈ ਹੋਗੀ ਕਿ ਪੂਰੀ ਕੰਟਰੀ ਦਾ ਰਫਲੀ 50% ਜਿਹੜੀ ਕੰਸੈਂਟ੍ਰੇਸ਼ਨ ਹੈ ਉਹ ਕੈਪੀਟਲ ਸਿਟੀ ਉਲਾਨ ਬਾਤਾਰ ਦੇ ਕੋਲ ਹੈ। ਤੇ ਹੁਣ ਜਿਹੜੇ ਨਵੇਂ ਜਿਹੜੇ ਬੱਚੇ ਨੇ ਉਹ ਫੋਰਚੂਨੇਟਲੀ ਔਰ ਅਨਫੋਰਚੂਨੇਟਲੀ ਆਈ ਵਿਲ ਸੇ ਦੇ ਆਰ ਮੋਰ ਐਕਸਪੋਜ਼ਡ ਟੂ ਦ ਸਿਟੀ ਕਲਚਰ। ਐਂਡ ਤੇ ਉਹਨਾਂ ਦੀ ਗਵਰਨਮੈਂਟ ਦਾ ਇੱਕ ਕਨੈਕਟ ਹੈ ਕਿ not only in terms of food, not only in terms of culture, they should be as Mongolian as possible। ਯੈਸ, ਮੈਨੂੰ ਲੱਗਦਾ ਉਹੀ ਬਹੁਤ ਜ਼ਰੂਰਤ ਹੈ। ਆਈ ਥਿੰਕ ਉਹਨਾਂ ਦੀ ਤਾਕਤ, ਉਹਨਾਂ ਦਾ ਫੂਡ ਐਂਡ ਫਰਮ ਵੇਅਰ ਦੇ ਕਮ, ਭਾਵੇਂ ਛੋਟੇ ਨੇ ਬਟ ਆਪਣਾ ਇੱਕ ਪੂਰੀ ਦੁਨੀਆ ਵਿੱਚ ਆਪਣਾ ਇੱਕ ਪੈਰ ਜਿਹੜਾ ਜਮਾਇਆ ਹੋਇਆ ਉਹਨਾਂ ਨੇ।
ਤੁਸੀਂ ਦੇਖੋ ਸਿੱਖ ਨੇ ਭਾਵੇਂ in terms of numbers we may not be very big, but ਤੁਸੀਂ ਦੇਖੋ ਕਿ ਕਿਹੜਾ ਕੋਨਾ ਹੈ ਜਿਹਦੇ ਵਿੱਚ ਆਪਣੇ ਸਿੱਖ ਭਾਈਚਾਰਾ ਨਹੀਂ ਨਜ਼ਰ ਆਉਂਦਾ। ਬਿਲਕੁਲ ਬਿਲਕੁਲ, ਇਹ ਬਿਲਕੁਲ ਤੁਸੀਂ ਬੜੀ ਐਪਟ ਲਾਈਕ ਤੁਸੀਂ ਐਗਜ਼ਾਮਪਲ ਦਿੱਤੀ ਹੈ। ਉਸ ਤੇ ਗੱਲ ਕਰਦੇ ਆ ਕਿ ਯੂ ਬੀਇੰਗ ਅ ਸਿੱਖ, ਮਤਲਬ ਤੁਸੀਂ ਇੱਕ ਟਰਬਨ, ਤੁਸੀਂ ਮੈਂ ਸੁਣਿਆ ਕਿ ਤੁਸੀਂ ਇੱਕ ਰੰਗ ਦੀ ਹੀ ਟਰਬਨ ਸ਼ੁਰੂ ਤੋਂ ਪਾਈ ਹੈ, ਉਹਦਾ ਕਾਰਨ ਦੱਸੋ ਕਿ ਵਾਈ ਰੈੱਡ ਕਲਰ, ਲਾਲ ਰੰਗ ਕਿਉਂ? ਮੈਂ ਤੁਹਾਨੂੰ ਸੱਚ ਦੱਸਾਂ ਤੇ ਜੀ ਜਦੋਂ ਮੇਰੀ ਪਹਿਲੀ ਪੋਸਟਿੰਗ ਹੋਈ ਕਿ that was way back in 1989 ਤਾਂ ਮੈਂ ਚਿੱਟੀ ਪੱਗ ਹੀ ਬੰਦਾ ਸੀਗਾ। ਕਿਉਂ ਮੈਨੂੰ ਪਤਾ ਨਹੀਂ, ਬਟ ਚਿੱਟੀ ਪੱਗ ਸਿਰਫ ਹੋਣ ਲੱਗਦੀ ਸੀਗੀ। ਲੇਕਿਨ ਆਈ ਵਾਜ਼ ਅ ਬੈਚਲਰ ਬੈਕ ਦੈਨ, ਤੇ ਉਹ ਥੋੜਾ ਮੇਨਟੇਨ ਕਰਨ ਨੂੰ ਥੋੜੀ ਜੀ ਔਖੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਤੇ ਫਿਰ ਮੈਂ ਰੈੱਡ ਟਰਬਨ ਪਾਣੀ ਸ਼ੁਰੂ ਕਰੀ ਤੇ ਹੌਲੇ ਹੌਲੇ since I grew up in the government, in the system, as I told you, in protocol, in the high dignitaries, ਤੇ ਉਹ somehow ਉਹ ਲਾਲ ਪੱਗ ਦਾ ਹੀ ਲੱਗ ਗਿਆ ਕਿ ਤੇ my ਜਿਹੜਾ ਮੇਰਾ ਅਨਅਫੀਸ਼ੀਅਲ ਜਿਵੇਂ ਲੋਕਾਂ ਦੇ ਨਾਂ ਹੁੰਦੇ ਆ, they used to call me red turban manager ਤੇ I also like red color, ਤੇ somehow it stayed with me and I have never changed the color of my pug। ਉਹੀ ਤੁਹਾਡੀ ਬੇਸਿਕਲੀ ਕਹਿੰਦੇ ਹੁੰਦੇ ਨੇ ਕਿ ਇੱਕ ਇਨਸਾਨ ਨੂੰ ਦੇਖ ਕੇ ਉਹਦੀ ਕਮਿਟਮੈਂਟ ਤੇ ਉਹਦੀ ਕੰਸਿਸਟੈਂਸੀ ਸਮਝ ਆ ਜਾਂਦੀ ਹੈ। ਤੁਹਾਡੇ ਇੱਕ ਲਾਲ ਰੰਗ ਤੁਹਾਡਾ ਫੇਵਰਿਟ ਕਲਰ, ਇਟ ਸ਼ੋਜ਼ ਦੀ ਕਮਿਟਮੈਂਟ that you have towards the work, ਜੋ ਵੀ ਤੁਸੀਂ ਕੰਮ ਕਰਦੇ ਹੋ, ਤੇ ਨਾਲ towards the life ਤੁਹਾਡੀ ਲਾਲ ਰੰਗ। ਮੈਂ ਤਾਂ ਗੁਰਬਾਣੀ ਵਿੱਚ ਵੀ ਹੈ ਲਾਲ ਰੰਗ ਜਿਸ ਕੋ ਲਗਾ ਸਫਟ ਪੱਗਾ ਤੁਰੀ, ਤੇ man you can say by default it has stayed with me and I have no hesitation of changing the color। ਇਹ ਬਹੁਤ ਚੀਜ਼ ਹੈ ਕਿ ਤੁਸੀਂ ਐਟਲੀਸਟ ਯੂ ਹੈਵ ਅ ਕਲੈਰਿਟੀ ਆਫ ਵਾਟ ਯੂ ਵਾਂਟ ਇਨ ਲਾਈਫ, ਕਿ ਬਹੁਤ ਜ਼ਰੂਰੀ ਹੈ। ਤੇ ਜਿਵੇਂ ਅਸੀਂ ਗੱਲ ਕੀਤੀ ਕਿ ਤੁਹਾਨੂੰ ਯੂ ਆਰ ਦਾ ਲੌਂਗੈਸਟ, ਮਤਲਬ ਤੁਸੀਂ ਪ੍ਰੋਟੋਕਾਲ ਆਫਿਸਰ ਵੀ ਸੀਗੇ। ਪ੍ਰੋਟੋਕਾਲ ਆਫਿਸਰ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਪੁੱਛਿਆ ਸੀ ਕਿ ਵਾਟ ਇਟ ਇਜ਼, ਮੈਨੂੰ ਬੜੀ ਕਿਉਰਿਓਸਿਟੀ ਸੀਗੀ, ਬਟ ਯੂ ਆਰ ਦਾ ਲੌਂਗੈਸਟ ਸਟੈਂਡਿੰਗ ਪ੍ਰੋਟੋਕਾਲ ਆਫਿਸਰ। ਪ੍ਰੋਟੋਕਾਲ ਆਫਿਸਰ ਦਾ ਕੰਮ ਕੀ ਹੁੰਦਾ ਆ ਐਂਡ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰਦੇ ਹੋਏ, ਐਂਡ ਵਾਟ ਵਾਸ ਦਾ ਬਿਗੇਸਟ ਚੈਲੰਜ, ਕਿਹੜੀ ਤੁਹਾਨੂੰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜੌਬ ਕਰਦੇ ਹੋਏ? ਇਹ ਪ੍ਰੋਟੋਕਾਲ ਮੈਂ ਸਮਝਾਉਣ ਲਈ ਤੁਹਾਨੂੰ ਬੇਸਿਕ ਟਰਮਸ ਵਿੱਚ ਕਹਾਂ ਤੇ ਤੁਸੀਂ ਇਵੈਂਟ ਮੈਨੇਜਮੈਂਟ ਕੰਪਨੀ ਦਾ ਨਾਮ ਸੁਣਿਆ ਹੋਣਾ ਜਾਂ ਵੈਡਿੰਗ ਪਲਾਨਰ ਦਾ ਨਾਮ ਸੁਣਿਆ ਹੋਣਾ, ਤੇ ਪ੍ਰਾਇਮਰੀਲੀ ਉਹ ਛੋਟੇ ਲੈਵਲ ਦਾ ਕੰਮ ਹੈ। ਤੇ ਤੁਸੀਂ ਕਹੋ ਕਿ ਜੇ ਇਵੈਂਟ ਪਲਾਨਿੰਗ ਹੈ ਔਨ ਅ ਮਚ ਹਾਇਰ ਸਕੇਲ ਵਿਦਆਊਟ ਐਨੀ ਮਾਰਜਨ ਆਫ ਐਰਰ, ਉਹ ਪ੍ਰੋਟੋਕਾਲ ਹੈ। The protocol generally is confined to in terms of Ministry of External Affairs in India, Prime Minister, President, Kings, Queen या Foreign Minister ਦੇ ਜੋ visits India ਵਿੱਚ ਹੁੰਦੇ ਨੇ ਬਾਹਰੋਂ, ਹਾਂਜੀ, ਤਾਂ ਸੋ Canadian Prime Minister ਕਹਿ ਲੋ ਜਾਂ US President ਕਹਿ ਲੋ ਜਾਂ Queen of England ਕਹਿ ਲੋ ਜਾਂ ਫੋਰਨ ਮਿਨਿਸਟਰਸ, ਉਸ ਲੈਵਲ ਦੇ ਵਿਜ਼ਿਟ ਨੂੰ ਜੋ ਹੈਂਡਲਿੰਗ ਡਿਪਾਰਟਮੈਂਟ ਹੈ ਉਹਨੂੰ ਪ੍ਰੋਟੋਕਾਲ ਕਹਿੰਦੇ ਨੇ। ਤੇ ਪ੍ਰੋਟੋਕਾਲ ਐਨਵਿਸਾਜਸ ਮੇਕਿੰਗ ਆਲ ਅਰੇਂਜਮੈਂਟ ਫਰਮ A to Z, ਐਨੀਥਿੰਗ ਜੋ ਤੁਸੀਂ ਸੋਚ ਸਕਦੇ ਹੋ, ਸਟਾਰਟਿੰਗ ਫਰਮ your aircraft landing down or your flight landing down to your accommodation, to your security, to your logistics, to programming, to implementation, facilitating visits, ਇਹ ਸਭ ਪ੍ਰੋਟੋਕਾਲ ਹੀ ਕਰਦਾ। ਤੇ I was fortunate, as I said, to have served in protocol, one of the longest stints. I have handled more than 200 dignitaries. That includes President Clinton, President Bush, President Obama, Queen Elizabeth, Pope John Paul, Jiang Zemin, Wen Jiabao, Putin, takriban sare ਉਹਦੇ ਵਿੱਚ ਹੈ। So I had that honor and a privilege, thanks to the government of India, ਕਿ ਮੈਂ ਉਹ handle ਕਰ ਸਕਿਆ। So this is what protocol does in terms of all logistics, all security, all implementation, at a scale। ਤਾਂ ਤੁਸੀਂ ਇੱਕ ਸਵਾਲ ਪੁੱਛਿਆ ਕਿ memorable incidents, ਤੇ ਮੇਰੇ ਲਈ ਇੱਕ ਮੈਮੋਰੇਬਲ ਇਨਸੀਡੈਂਟ ਹੈ 1998 ਵਿੱਚ ਮੈਂ ਫਰਾਂਸ ਦੇ ਪ੍ਰੈਜ਼ੀਡੈਂਟ ਜਾਕ ਸ਼ਿਰਾਕ ਸੀਗੇ, ਤੇ ਮੈਂ ਪ੍ਰਾਈਮ ਮਿਨਿਸਟਰ ਵਾਜਪੇਈ ਜੀ ਨੂੰ ਐਸਕੌਰਟ ਕਰਦਾ ਸੀਗਾ ਐਲੇਜ਼ੀ ਪੈਲੇਸ ਇਨ ਪੈਰਿਸ। ਤੇ ਉੱਥੇ ਜਦੋਂ ਪ੍ਰੈਜ਼ੀਡੈਂਟ ਸ਼ਿਰਾਕ ਦਾ ਬੈਂਕੁਏਟ ਸੀਗਾ ਫॉर ਪ੍ਰਾਈਮ ਮਿਨਿਸਟਰ, ਜਦੋਂ
ਉਹ ਖਤਮ ਹੋਇਆ ਤੇ ਪ੍ਰੈਜ਼ੀਡੈਂਟ ਸ਼ਿਰਾਕ ਦੇ ਜਿਹੜੇ ਏਡੀਸੀ ਸੀਗੇ ਉਹਨਾਂ ਨੇ ਉਹ ਇਹ ਨਵੰਬਰ ਦੀ ਗੱਲ ਹੈ ਆਈ ਥਿੰਕ 98 ਜਾਂ 99 98 ਤੇ ਉਹ ਜਨਵਰੀ ਵਿੱਚ ਚੀਫ ਗੈਸਟ ਬਣ ਕੇ ਆਏ ਸੀਗੇ ਰਿਪਬਲਿਕ ਡੇ ਤੇ ਉਹ ਵੀ ਮੈਂ ਹੈਂਡਲ ਕੀਤਾ ਸੀਗਾ ਤਾਂ ਵੈਨ ਹੀ ਕੇਮ ਆਊਟ ਆਫ ਦਾ ਹਾਲ and he brought the Prime Minister Vajpayee right up to me and he says ki ji I want to thank this gentleman jinane mere visit te help ki thi so he presented me with a book on Alaizi Palace with his remarks जो translate ਹੁੰਦੇ ਨੇ with my most cordial friendship and regards to Mr. Singh President Chirac ਉਹ ਬੜਾ memorable moment ਸੀਗਾ and there are many but second was the Pope John Paul ਜਿਹੜੇ ਸੀਗੇ ਉਹਨਾਂ ਦਾ ਵਿਜ਼ਿਟ ਮੈਨੂੰ ਹੈਂਡਲ ਕਰਨ ਦਾ ਸੁਭਾਗ ਮਿਲਿਆ ਸੀਗਾ ਤੇ ਜਨਰਲੀ ਜਦੋਂ ਪੋਪ ਜਾਂਦੇ ਨੇ ਤੇ ਪੋਪ ਨਾ ਟੱਚ ਨਹੀਂ ਕਰਦੇ ਕਿਸੇ ਨੂੰ ਤੇ while leaving I asked him if you would bless him ਮੈਨੂੰ ਨਹੀਂ ਪਤਾ ਇੰਟੈਂਸ਼ਨਲ ਹੈ ਕਿ ਅਨਇੰਟੈਂਸ਼ਨਲ ਹੈ ਰੱਬ ਹੀ ਜਾਣਦਾ ਹੈ but he ended up putting his hand on my shoulder ਤਾਂ ਉਹ ਮੈਂ ਜਿਹੜੇ ਵੀ ਕੈਥੋਲਿਕ ਨੂੰ ਦਿਖਾਇਆ ਤਾਂ ਉਹ ਬਿਲੀਵ ਨਹੀਂ ਕਰਦਾ ਕਿ ਪੋਪ ਨੇ so that is those there are many but I think these two are standing out moments for me ਬਿਲਕੁਲ ਬਿਲਕੁਲ ਐਂਡ ਮੈਨੂੰ ਲੱਗਦਾ ਕਿ ਵੈਨਿਊ ਤੁਹਾਨੂੰ ਜਦੋਂ ਇਦਾਂ ਦੀ ਪੋਜੀਸ਼ਨ ਮਿਲਦੀ ਹੈ ਤੁਹਾਨੂੰ ਇੱਕ ਓਪਰਚੁਨਿਟੀ ਵੀ ਮਿਲਦੀ ਹੈ ਯੂ ਗੈਟ ਅ ਪਲੇਟਫਾਰਮ ਬਟ ਐਟ ਦ ਸੇਮ ਟਾਈਮ ਤੁਹਾਡਾ ਕੰਮ ਬੋਲਦਾ ਐਂਡ ਯੂ ਗੈਟ ਦ ਰਿਟਰਨ ਫਰਮ ਇਟ ਐਂਡ ਮੇਬੀ ਬਿਕਾਜ਼ ਯੂ ਮੈਂ ਸੁਣਿਆ ਤੁਹਾਡੇ ਬਾਰੇ ਕਿ ਤੁਸੀਂ ਏਦਾਂ ਦੇ ਇਨਸਾਨ ਹੋ ਜਿਹੜੇ ਸਾਰਿਆਂ ਨੂੰ ਜੋੜ ਕੇ ਰੱਖਦੇ ਨੇ ਕਿਉਂਕਿ ਹੁਣ ਤੁਸੀਂ ਸਾਰਿਆਂ ਨੂੰ ਦੱਸਦੇ ਕਿ ਨਾ ਤੁਸੀਂ ਰਿਟਾਇਰ ਹੋ ਚੁੱਕੇ ਹੋ ਬਟ ਰਿਟਾਇਰ ਹੋਣ ਤੋਂ ਬਾਅਦ ਵੀ ਮਤਲਬ ਤੁਸੀਂ ਆਪਣਾ ਕੰਮ ਜਾਰੀ ਰੱਖ ਰਹੇ ਹੋ ਥਰੂ ਹੈਲਪਿੰਗ ਪੀਪਲ ਅੰਡਰ ਪ੍ਰਿਵਿਲੇਜ ਬੱਚਿਆਂ ਨੂੰ ਜਿਵੇਂ ਸਪੋਰਟ ਦੇਣਾ ਤੁਸੀਂ 3 NGOs ਨਾਲ ਜੁੜੇ ਹੋਏ ਹੋ ਐਂਡ ਤੁਸੀਂ ਇੰਨਾ ਸਾਰਾ ਕੰਮ ਕਰ ਰਹੇ ਹੋ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਇਹ ਨਹੀਂ ਹੋਇਆ ਕਿ ਮੈਂ ਥੋੜਾ ਆਰਾਮ ਕਰਨਾ ਲਾਈਕ ਥੋੜਾ ਬ੍ਰੇਕ ਲੈਣਾ देखो पता की है कि मेरा अपना पर्सनल बिलीफ है कि जब तक तुसी साह ले रहे हो तुसी जो भी कुछ कर सकते हो करो नॉट दैट कि कर्मा सेज कि तुहाडा यू लिव वंस इन अ लाइफ टाइम बट मेरे कहने का मतलब है कि जब तक तुहाडे शरीर दा तंत्र चलदा है तुहाडा दिमाग चलदा हाथ चलदे ने तुसी भी चलदे रहो ਜਿਹੜਾ ਪਾਣੀ ਸਟੈਗਨੈਂਟ ਹੁੰਦਾ ਉਹ ਸਟੇਲ ਹੋ ਜਾਂਦਾ ਤੁਰਦਾ ਪਾਣੀ ਕਦੇ ਨਹੀਂ ਹੁੰਦਾ ਤੇ ਦਿਸ ਇਜ਼ ਮਾਈ ਬਿਲੀਫ ਮੇਬੀ ਪੀਪਲ ਡਿਫਰ ਤੇ ਮੇਰੇ ਕਹਿਣ ਦਾ ਮਤਲਬ ਹੈ ਜਦ ਤੱਕ ਤੁਹਾਡੇ ਅੰਦਰ ਤਾਕਤ ਹੈ ਤੌਫੀਕ ਹੈ ਤੁਹਾਡੇ ਕੋਲ ਜਜ਼ਬਾ ਹੈ ਤੁਸੀਂ ਜੋ ਵੀ ਤੁਹਾਨੂੰ ਪਸੰਦ ਪੇਂਟਿੰਗ ਹੈ ਪੇਂਟਿੰਗ ਕਰੋ ਜੇ ਤੁਸੀਂ ਗਾਰਡਨਿੰਗ ਕਰੋ ਡਰਾਈਵਿੰਗ ਕਰੋ ਟਰੈਵਲ ਕਰੋ ਜੋ ਤੁਸੀਂ ਕਰੋ ਇਨ ਮੇਰੇ ਤੌਰ ਤੇ ਮੈਂ ਮੈਨੀ ਅਦਰ ਥਿੰਗਸ ਦੈਟ ਆਈ ਡੂ ਬਟ ਇਨ ਐਡੀਸ਼ਨ I thought कि ये जरा टाइम है जो एक्सपीरियंस गेन किया है कि we can I come from a very middle class family वाहिगुरू दी बड़ी मेहर है and thanks to government of India जिन्होंने supported me all through my career of 35 plus years and reached a certain rank ते वो experience ਨੂੰ ਅਸੀਂ ਘੱਟੋ ਘੱਟ ਕੁਛ ਤੇ ਦਈਏ सोसाइटी ਨੂੰ ਜਿਹੜਾ सोसाइटी ਨੇ ਜਿਹੜਾ ਤੁਹਾਨੂੰ ਪੰਥ ਨੇ ਜਿਹੜੇ ਗਵਰਨਮੈਂਟ ਨੇ ਤਾਂ in the terms of that I support 2-3 NGOs primarily ਉਹਨਾਂ ਦਾ ਮਕਸਦ ਇਹ ਹੈਗਾ ਕਿ ਜਿਹੜੇ ਐਜੂਕੇਸ਼ਨਲ ਹੈ ਮੇਰੇ ਖਿਆਲ ਨਾਲ ਅੱਜ ਦਾ ਜਿਹੜਾ ਦੌਰ ਦੀ ਇੰਡੀਆ ਦੀ ਪੰਜਾਬ ਦੀ ਇਨ ਪਾਰਟਿਕੂਲਰ ਜਿਹੜੀ ਨੀਡ ਹੈ ਉਹ ਹੈ ਐਜੂਕੇਸ਼ਨ ਅਸੀਂ ਦੇਖਿਆ ਕਿ ਬਈ ਐਜੂਕੇਸ਼ਨ ਪੱਖੋਂ ਅਗਰ ਤੁਸੀਂ ਪਿੱਛੇ ਰਹਿ ਜਾਓ ਤੇ ਜਿਹੜਾ ਜ਼ਮਾਨਾ ਅੱਜ ਦਾ ਹੈ ਤੇ ਐਜੂਕੇਸ਼ਨ ਐਂਡ ਟੈਕਨੋਲੋਜੀ ਆਰ ਗ੍ਰੇਟ ਲੈਵਲਰਸ ਜੀ तो ਜੇਕਰ ਕਿ since you come from ਪੰਜਾਬ you would have known ਕਿ ਪਹਿਲਾਂ ਜਦੋਂ ਫੋਨ ਆਇਆ ਸੀਗਾ ਸਮਾਰਟਫੋਨ ਤੇ ਅਸੀਂ ਕਹਿੰਦੇ ਸੀਗੇ ਉਹ ਦੇਖੋ ਹੁਣ ਰਿਕਸ਼ੇ ਵਾਲੇ ਕੋਲ ਵੀ ਫੋਨ ਆ ਗਿਆ ਜੀ ਅੱਜ ਤੋਂ 20 ਸਾਲ ਪਹਿਲਾਂ ਅੱਜ ਐਸਾ ਟਾਈਮ ਹੈ ਕਿ ਜੇ ਤੁਸੀਂ ਜਾਓ ਤੇ ਸਬਜ਼ੀ ਵਾਲੇ ਕੋਲ ਫੋਨ ਨਾ ਹੋਏ ਤੁਸੀਂ ਕਹਿੰਦੇ ਕੈਸਾ ਆਦਮੀ ਹੈ ਕਿ ਤੇਰੇ ਪਾਸ ਫੋਨ ਹੀ ਨਹੀਂ ਹੈ ਜੀ ਤੇ ਇਹ ਦਿਸ ਇਜ਼ ਅ ਗ੍ਰੇਟ ਲੈਵਲ ਸੇਮ ਵਿਦ ਐਜੂਕੇਸ਼ਨ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਰਿਸੋਰਸ ਨਾ ਹੋਏ ਤੁਹਾਡੇ ਕੋਲ ਐਜੂਕੇਸ਼ਨ ਹੋਏ ਤੇ ਯੂ ਕੈਨ ਰੀਚ ਇਨਕ੍ਰੈਡੀਬਲ ਲੈਵਲਸ ਜੀ ਇਹ ਲੈਵਲਰ ਹੈ ਤੇ ਇਸ ਪੱਖੋਂ ਅਸੀਂ ਮੇਰੀ ਇੱਕ ਐਫਰਟ ਹੈ ਕਿ ਵੀ ਜਿਹੜੇ ਅੰਡਰ ਪ੍ਰਿਵਿਲੇਜ ਜਿਹੜੇ ਬੱਚੇ ਨੇ ਸਾਡੀ ਸੰਸਥਾ ਵੱਲੋਂ ਕਿ ਅਸੀਂ ਉਹਨਾਂ ਨੂੰ ਜੋ ਵੀ ਸਪੋਰਟ ਹੋ ਸਕੇ ਪ੍ਰਾਇਮਰੀਲੀ ਦੋ ਟਾਈਪ ਦੀ ਸਪੋਰਟ ਹੈ ਇੱਕ ਤੇ ਜਿਹੜੇ ਸੈਕੰਡਰੀ ਲੈਵਲ ਤੇ ਹੈ ਔਰ ਉਸ ਤੋਂ ਬਾਅਦ ਜਿਹੜਾ ਅੰਡਰ ਗ੍ਰੈਡ ਲੈਵਲ ਹੈ ਤੇ ਜਿਨ੍ਹਾਂ ਦੇ ਪਰਿਵਾਰਕ ਐਨੂਅਲ ਇਨਕਮ 4,80,000 ਤੋਂ ਘੱਟ ਹੈ ਇੰਡੀਅਨ ਰੁਪੀਸ ਔਰ ਬੱਚਾ ਹਾਈ ਪਰਫਾਰਮਿੰਗ ਹੈ ਜਾਂ
ਮੈਰਿਟ ਕਮ ਨੀਡ ਤੇ ਹੈ 75-80% ਸਕੋਰ ਕਰ ਰਿਹਾ ਤੇ ਉਹਨੂੰ ਸਪੋਰਟ ਕਰੀਏ ਟੂ ਕੰਪਲੀਟ देयर ਐਜੂਕੇਸ਼ਨ ਵਿਚ ਇਜ਼ undergrad degree. In some cases, we go up to 1 lakh rupee per year per student. In addition, mentorship or in addition, guidance and coaching ਅਸੀਂ ਦਿੰਦੇ ਹਾਂ skill development ਲਈ ਤੇ ਜਿਹੜੀ ਦੋ ਹੋਰ ਸੰਸਥਾਵਾਂ ਨੇ ਜਿਹੜੀ ਮੈਂ ਸਪੋਰਟ ਕਰਨਾ in terms of skill development ਉਹ ਹੈ ਮਿਸ਼ਨ ਐਜੂਕੇਸ਼ਨ ਟਰਸਟ ਉਹਦੇ ਵੀ education is prime focus but within that education ਜਿਵੇਂ vocational training ਹੁੰਦੀ ਹੈ skill development ਹੈ IT है हर बच्चा ब्रिलियंट होए ये जरूरी नहीं है और हर बच्चा एवरेज होए ये भी जरूरी नहीं है बट टू इम्पार्ट देम द स्किल्स सो दैट उन्हां दी रिस्पेक्टेबिलिटी और लाइवलीहुड बनी रहे ते ओदे लई स्किल डेवलपमेंट भी करी दी है ते as I said कि मिशन एजुकेशन ट्रस्ट is the second and एक तीजा हैगा मिशन एम्पावरमेंट फाउंडेशन ਤੇ ਇਹ ਤੁਹਾਨੂੰ ਲੱਗੇਗਾ ਤਿੰਨ ਵੱਖਰੀਆਂ ਸੰਸਥਾਵਾਂ ਨੇ ਲੇਕਿਨ ਤਿੰਨਾਂ ਦਾ ਮੈਂਡੇਟ ਥੋੜੇ ਵੱਖਰੇ ਤੌਰ ਤੇ ਹੈ ਤੇ ਤੁਸੀਂ ਐਜੂਕੇਸ਼ਨ ਵੀ ਹੈ ਸਕਿੱਲ ਡਿਵੈਲਪਮੈਂਟ ਵੀ ਹੈ ਜਿਵੇਂ ਫॉर ਐਗਜ਼ਾਮਪਲ ਹੁਣ ਪੰਜਾਬ ਚ ਹੜ ਆਏ ਸੀਗੇ ਤੇ ਜਿਹੜੇ ਇੰਡੀਵਿਜੂਅਲ ਤੌਰ ਤੇ ਵੀ ਔਰ ਸੰਸਥਾ ਦੇ ਤੌਰ ਤੇ ਵੀ we took the initiative on our own and we built I think 16 ਦੇ ਕਰੀਬ ਮਕਾਨ ਤੇ primarily ਅਸੀਂ build ਕੀਤੇ ਨੇ some are in under construction I think 26 is total primarily ਅੰਮ੍ਰਿਤਸਰ ਤੇ ਪੱਟੀ ਫਿਰੋਜ਼ਪੁਰ ਇਸ ਏਰੀਆ ਵਿੱਚ in terms of education ਮੈਂ number ਤੇ I can't share I think it must be in thousands who have been empowered some have been very distinguished ਜਿਵੇਂ doctors ਨੇ air force ਤੇ ਰਹੇ ਨੇ bureaucrats ਰਹੇ ਨੇ armed forces ਵਿੱਚ ਬਣੇ ਨੇ ਤੇ ਇਹ ਮੋਡਸ ਤੌਰ ਤੇ ਯੂ نو ਵੀ ਟਰਾਈ ਟੂ ਐਟਲੀਸਟ ਟਰਾਈ ਟੂ ਸਪੋਰਟ them ਸੋ ਜਿਹੜੀ ਤੁਹਾਡੀ ਮਤਲਬ ਆਰਗੇਨਾਈਜੇਸ਼ਨ ਹੈ ਨਿਸ਼ਕਾਮ ਆਰਗੇਨਾਈਜੇਸ਼ਨ ਇਜ਼ ਵਨ ਆਫ them ਇਟਸ ਇਹ ਨਿਸ਼ਕਾਮ ਦੀ ਆਰਗੇਨਾਈਜੇਸ਼ਨ ਤੁਸੀਂ ਇਸ ਆਰਗੇਨਾਈਜੇਸ਼ਨ ਬਾਰੇ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਪੰਜਾਬ ਦੇ ਹੜ੍ਹਾਂ ਵਿੱਚ ਮਦਦ ਕੀਤੀ ਹੈ ਨਿਸ਼ਕਾਮ ਨੇ ਵੀ ਕੀਤੀ ਹੈ ਔਰ ਹੋਰ ਵੀ ਸੰਸਥਾਵਾਂ ਨੇ ਵੀ ਕੀਤੀ ਹੈ ਮਤਲਬ ਕੋਰਿਲੇਟ ਕਰਦੇ ਨੇ ਆਪਸ ਵਿੱਚ ਲੋਕ ਕਿਉਂਕਿ ਕੀ ਹੈਗਾ ਕਿ ਤੁਸੀਂ ਦੇਖੋ ਕਿ ਸੰਸਥਾਵਾਂ ਬੜੀਆਂ ਨੇ ਐਂਡ ਪ੍ਰਾਇਮਰਲੀ ਜਿਹੜਾ ਕੰਮ ਹੈ ਉਹ ਤਕਰੀਬਨ ਸੇਮ ਤੇ ਅਸੀਂ ਡੁਪਲੀਕੇਸ਼ਨ ਆਫ ਐਫਰਟ ਨਾ ਹੋਏ ਜੇ ਤੁਸੀਂ ਕਰੋ ਕਿ ਬਈ ਜਦੋਂ ਤੁਸੀਂ ਦੇਖਦੇ ਹੋ ਜਦੋਂ ਇੱਕ ਪਾਰਟਿਕੂਲਰ ਕ੍ਰਾਈਸਿਸ ਹੈ ਤੇ ਸਾਰੇ ਲੋਕੀ ਜੇ ਲੰਗਰ ਹੀ ਵੰਡ ਰਹੇ ਨੇ ਤੇ ਲੰਗਰ ਹੀ ਵੰਡਦੇ ਰਹੋ ਤੇ ਵੀ ਕੌਨਸ਼ੀਅਸਲੀ ਟੁਕ ਅ ਡਿਸੀਜਨ ਕਿ ਅਸੀਂ ਪੋਸਟ ਫਲੱਡ ਜਿਹੜੀ ਰੀਹੈਬਿਲਿਟੇਸ਼ਨ ਹੈ ਡੈਮੇਜ ਹਾਊਸਿਸ ਵਗੈਰਾ ਦੀ ਉਹ ਕੀਤੀ ਜਾਏ ਦੂਸਰਾ ਜਿਹੜੇ ਸਕੂਲ ਬੱਚੇ ਡਿਸਪਲੇਸ ਹੋਏ ਉਹਨਾਂ ਦੇ ਐਜੂਕੇਸ਼ਨ ਦਾ ਹੈ ਰਿਸਪੌਂਸਿਬਿਲਿਟੀ ਤੇ ਉਹ ਵੀ ਅਸੀਂ ਚੁੱਕੀ ਹੈ ਭਾਵੇਂ ਉਹ ਮਿਡਲ ਸਕੂਲ ਤੇ ਹੋਣ ਜਾਂ ਸੈਕੰਡਰੀ ਲੈਵਲ ਤੇ ਬਟ ਪ੍ਰਾਈਮ ਫੋਕਸ ਇਸ ਕਿ ਜਦੋਂ ਤੁਸੀਂ 8ਵੀਂ ਤੋਂ ਉੱਤੇ ਚਲੇ ਜਾਂਦੇ ਹੋ ਤਾਂ ਯੂ ਨੀਡ ਅ ਫੋਕਸ ਤੇ ਉਹ ਜਿਹੜਾ ਕੈਰੀਅਰ ਬਿਲਡਿੰਗ ਫੇਜ਼ ਹੈ ਉਹਦੇ ਵਿੱਚ ਅਸੀਂ ਜ਼ਿਆਦਾ ਸਪੋਰਟ ਕਰਨੀ ਜੀ ਤੇ ਜਿਵੇਂ ਫॉर ਐਗਜ਼ਾਮਪਲ ਇਨ ਆਰਗੇਨਾਈਜੇਸ਼ਨ ਦੀ ਵਰਕਿੰਗ ਕਿੱਦਾਂ ਦੀ ਮੈਂ ਥੋੜਾ ਸਟਰਕਚਰ ਸਮਝਣਾ ਚਾਹੂੰਗੀ ਕਿ ਦੇ ਹੈਲਪ ਕਿੱਥੋਂ ਆਉਂਦੀ ਆ ਐਂਡ ਕਿਵੇਂ ਬੱਚਿਆਂ ਤੱਕ ਪਹੁੰਚਦੀ ਹੈ ਫਿਰ ਜਿਹੜੇ ਅੰਡਰ ਪ੍ਰਿਵਿਲੇਜ ਬੱਚੇ ਨੇ ਉਹਨਾਂ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇੱਕ ਫਲਾਣੇ ਬੱਚੇ ਨੂੰ ਇਸ ਚੀਜ਼ ਦੀ ਲੋੜ ਹੈ ਇਹ ਹੈਗਾ ਕਿ ਇੱਕ ਨਾ ਪ੍ਰੋਸੈਸ ਹੁੰਦੇ ਨੇ ਫॉर ਐਗਜ਼ਾਮਪਲ ਮੈਂ ਜਿਵੇਂ ਅਸੀਂ ਗੱਲ ਕਰੀਏ ਕਿ ਫਿਲਟਰੇਸ਼ਨ ਪ੍ਰੋਸੈਸ ਹੈ ਤੁਸੀਂ ਜਿਵੇਂ ਕਹੋ ਕਿ ਫਾਰਮ ਭਰੋ ਤਾਂ ਸਾਰਿਆਂ ਨੇ ਫਾਰਮ ਭਰ ਦਿੱਤੇ ਤੁਸੀਂ ਕਹੋ 3 ਡਾਕੂਮੈਂਟ ਲਗਾ ਦਿਓ ਤੇ ਪ੍ਰਾਇਮਰਲੀ ਇਟ ਇਜ਼ ਅ ਵੈਟਿੰਗ ਪ੍ਰੋਸੈਸ ਬਾਈ ਐਕਸਪਰਟਸ ਤੇ ਓਵਰ ਅ ਪੀਰੀਅਡ ਆਫ ਟਾਈਮ ਅਸੀਂ ਵੀ ਹੈਵ ਬੀਨ ਏਬਲ ਟੂ ਡਿਵਾਈਸ ਜਿਵੇਂ ਨਿਸ਼ਕਾਮ 40 ਸਾਲ ਦੀ ਹੈ ਮਿਸ਼ਨ ਐਜੂਕੇਸ਼ਨ ਟਰਸਟ 22 ਸਾਲ ਦੀ ਹੈ ਮਿਸ਼ਨ ਜਿਹੜਾ ਐਮਪਾਵਰਮੈਂਟ ਫਾਊਂਡੇਸ਼ਨ ਹੈ ਉਹ ਰੀਸੈਂਟ ਹੈ ਬਟ ਉਹਦੇ ਵਿੱਚ ਜਿਹੜੀ ਕਾਮਨੈਲਿਟੀ ਹੈ ਜਿਹੜੇ ਆਫਿਸ ਬੇਅਰਰਸ ਜਾਂ ਮੈਂ ਇੱਕ ਵੋਲੰਟੀਅਰ ਕਰਵਾਂਗਾ ਆਫਿਸ ਬੇਅਰਰ ਤੇ ਅਸੀਂ ਵਰਡ ਯੂਜ਼ ਨਹੀਂ ਕਰਦੇ ਸੇਵਾਦਾਰ ਜਿਹੜਾ ਵਰਡ ਹੈ ਤੇ ਉਹ ਅਸੀਂ ਪਹਿਲੇ ਤੇ ਪ੍ਰੋਸੈਸ ਆਫ ਪੇਪਰ ਵਰਕ ਹੈ ਕਿ ਤੁਹਾਨੂੰ ਡਾਕੂਮੈਂਟੇਸ਼ਨ ਦੇਣੀ ਹੈ ਕਿ ਫॉर ਐਗਜ਼ਾਮਪਲ ਜੇ ਤੁਸੀਂ ਇਨਕਮ ਦੀ ਗੱਲ ਕਰੀਏ ਤੇ ਇਟ ਕੁਡ ਬੀ ਸੈਲਫ ਸਰਟੀਫਿਕੇਸ਼ਨ ਜੇ ਤੁਸੀਂ ਆਪ ਹੈਗੇ ਹੋ ਸਰਟੀਫਾਈਡ ਬਾਏ ਤਹਿਸੀਲਦਾਰ ਔਰ ਹੂਸਐਵਰ ਜਾਂ ਤੁਸੀਂ ਅਗਰ ਸੈਲਰੀਡ ਹੈਗੇ ਹੋ ਤੇ ਤੁਸੀਂ ਸੈਲਰੀ ਸਰਟੀਫਿਕੇਟ ਲਗਾਓ ਬੱਚਿਆਂ ਦੀ ਐਜੂਕੇਸ਼ਨ ਹੈ ਤੇ ਜੋ ਵੀ ਉਹਨਾਂ ਦਾ ਸਕੂਲ ਦਾ ਸਰਟੀਫਿਕੇਟ ਆ ਉਹ ਲਗਾਓਗੇ ਔਰ ਤੀਜਾ ਇੱਕ ਛੋਟਾ ਜਿਹਾ ਟੈਸਟ ਲੈਣੇ ਆ ਜਿਵੇਂ ਤੁਸੀਂ ਕਹਿ ਲਓ ਐਪਟੀਟਿਊਡ ਦਾ ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਕਲੇਮ ਕਰ ਰਹੇ ਹੋ ਪੇਪਰ ਵਿੱਚ ਵੀ ਹੋ ਤੇ ਉਹ ਜਦੋਂ ਇਹ ਪੇਪਰ ਵਰਕ ਪੂਰਾ ਹੋ ਜਾਂਦਾ ਹੈ ਫਿਰ ਅਸੀਂ ਇੰਟਰਵਿਊ ਕਰਨੇ ਆ ਤੇ ਉਹ ਇੰਟਰਵਿਊ ਕਰਨ ਤੋਂ ਬਾਅਦ
ਜਿਹੜੇ ਕੇਸਿਸ ਕਲੀਅਰ ਨੇ ਉਹ ਤੇ ਹੋ ਗਏ, ਜਿਹੜੇ ਕੇਸਿਸ ਥੋੜੇ ਜਿਹੇ ਬਾਰਡਰ ਤੇ ਨੇ ਤੇ ਸਾਡੇ ਇੱਕ ਟੀਮ ਹੁੰਦੀ ਹੈ ਜਿਵੇਂ 2 ਲੋਕ 3 ਲੋਕ ਤੇ ਉਹ ਵੱਖ-ਵੱਖ ਜਗ੍ਹਾਵਾਂ ਤੇ ਪੰਜਾਬ 'ਚ ਜਾ ਕੇ ਵੈਰੀਫਾਈ ਕਰਦੇ ਨੇ ਕਿ ਬਈ ਜੋ ਇਨਕਮ ਦਾ ਸੋਰਸ ਦੱਸਿਆ ਹੈ ਔਰ ਜੋ ਇਹਨਾਂ ਨੇ ਕਲੇਮ ਕੀਤਾ ਹੈ ਠੀਕ ਹੈ ਕਿ ਨਹੀਂ। ਤੇ ਇਹ ਪ੍ਰੋਸੈਸਸ ਡਿਵੈਲਪ ਹੋਏ ਨੇ ਓਵਰ ਅ ਪੀਰੀਅਡ ਆਫ ਟਾਈਮ ਤੇ ਵੀ ਯੂਜ਼ ਦੈਟ ਪ੍ਰੋਸੈਸ ਕਿ ਕੋਸ਼ਿਸ਼ ਕਰੀਏ ਕਿ ਜਿਹੜੀ ਵੀ ਇਮਦਾਦ ਹੈ ਜਾਂ ਸਪੋਰਟ ਹੈ ਉਹ ਨੀਡੀ ਬਟ ਮੈਰਿਟੋਰੀਅਸ ਬੰਦਿਆਂ ਨੂੰ ਜਾਏ। रिसोर्सेज लिमिटेड ने ज्यादातर डोनेशन वॉलंटरी है और क्योंकि संस्थावान ने दे आर रजिस्टर्ड तो इनकम टैक्स की रिबेट भी हैगी है ते खास तौर पर निष्काम दी मैं गल करा, निष्काम कोल FCRA भी है, FCRA कि तुसी फॉरन तो डोनेशन भी ला सकते हो। सो ये प्रोसेसेस तो साडी फंडिंग होंदी है और कई लोग ऐसे भी जुड़े ने जो अपना दसवंध यूटिलाइज करते हैं तो रेगुलर मंथली या ट्राई मंथली देंदे रहंदे ने एंड वी आर ट्राइंग टू एक्सपेंड आवर रिसोर्सेज ਜਿਹੜਾ ਅਸੀਂ ਮੇਰੇ 2-3 ਸਾਲਾਂ ਤੋਂ ਐਫਰਟ ਹੈ ਕਿ ਅਸੀਂ ਕੋਆਪਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਵਿੱਚ ਅਸੀਂ ਕੁਝ ਇੱਕ ਕੋਆਪਰੇਟਸ ਨੇ ਸਾਨੂੰ ਸਪੋਰਟ ਕੀਤੀ ਹੈ ਇਨ ਟਰਮਸ ਆਫ ਫੰਡਿੰਗ। ਉਹ ਸਟੈਚੂਟਰੀ ਹੈ ਤਾਂ ਸਮ ਆਫ them we have been able to enthuse ਤੇ ਸਾਡਾ ਆਈਡੀਆ ਹੈ ਕਿ ਵੀ ਇਹ ਸਾਰੇ ਪੱਖੋਂ ਲੈ ਕੇ ਅਗਰ ਅਸੀਂ ਇੱਕ ਬੱਚੇ ਦਾ ਵੀ ਭਵਿੱਖ ਬਦਲ ਸਕੀਏ ਤੇ I think we have made the difference and in our case I think I would say we have been able to do it in multiple of thousands. I leave it to the people to judge as to how do we go forward. ਬਿਲਕੁਲ ਤੇ ਮੈਂ ਵੀ ਜਾਨਣਾ ਚਾਹੂੰਗੀ ਕਿ if ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਸਾਡੀ ਗੱਲਾਂ ਸੁਣ ਰਹੇ ਨੇ ਜੇ ਉਹ ਸੇਵਾ ਕਰਨਾ ਚਾਹੁੰਦੇ ਨੇ ਤੁਹਾਡਾ ਜੁੜਨਾ ਚਾਹੁੰਦੇ ਨੇ ਸੰਸਥਾਵਾਂ ਨਾਲ ਜੁੜਨਾ ਚਾਹੁੰਦੇ ਨੇ ਇਹ ਆਪਣਾ ਦਸਵੰਧ ਕੱਟਣਾ ਚਾਹੁੰਦੇ ਨੇ ਜਾਂ ਫਿਰ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਨਿਸ਼ਕਾਮ ਹੈ ਉਹ ਤੁਸੀਂ ਬਾਹਰੋਂ ਵੀ ਜਿਵੇਂ ਅਬਰੋਡ ਤੋਂ ਵੀ ਤੁਸੀਂ ਹੈਲਪ ਲੈ ਸਕਦੇ ਹੋ ਸਪੋਰਟ ਲੈ ਸਕਦੇ ਹੋ ਤਾਂ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦੇ ਨੇ ਕਿਵੇਂ ਇਸ ਇੰਨੇ ਵਧੀਆ ਜਿਵੇਂ ਆਈ ਵੁੱਡ ਸੇ ਕਿ ਇੱਕ ਇਨੀਸ਼ੀਏਸ਼ਨ ਦਾ ਪਾਰਟ ਕਿਵੇਂ ਬਣ ਸਕਦੇ ਨੇ। ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਨਿਸ਼ਕਾਮ ਦੇ 3 ਮਤਲਬ ਆਈ ਵੁੱਡ ਸੇ ਸਿਸਟਰ ਆਰਗੇਨਾਈਜੇਸ਼ਨ ਹੈਗੀਆਂ ਨੇ ਇੰਡੀਆ ਵਿੱਚ ਵੀ ਹੈਗੀ ਹੈ और कनाडा विच भी और US विच भी और टैक्स रिबेट हैगी है ते निष्काम जिहड़ा कनाडा है ਉਹਦੇ ਵੀ ਤੁਸੀਂ ਜੇ ਵੈਬਸਾਈਟ ਤੇ ਜਾਓਗੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦਾ ਤੇ ਤੁਹਾਨੂੰ ਆਪਣੇ ਆਪ ਹੀ ਇੱਕ QR ਕੋਡ ਮਿਲੇਗਾ ਐਂਡ ਜਿਹੜੇ ਵੀ ਪ੍ਰੋਜੈਕਟ ਲਈ ਤੁਸੀਂ ਕਰਨਾ ਚਾਹੋ ਫॉर एग्जांपल ਕੋਈ ਐਜੂਕੇਸ਼ਨ ਨਾ ਕਰਕੇ ਮੈਡੀਸਿਨ ਲਈ ਕਰਨਾ ਚਾਹੇ ਜਾਂ ਕਿਸੇ ਵਿਡੋ ਦੀ ਸਪੋਰਟ ਲਈ ਕਰਨਾ ਚਾਹੇ ਜਾਂ ਸਿਕਲਿਕਰ ਬੱਚੇ ਨੇ ਜਿਹੜੇ ਸਿੱਖ ਜਿਹੜੇ ਆਇਰਨ ਸਮਿਥ ਹੁੰਦੇ ਨੇ ਉਹਨਾਂ ਨੂੰ ਸਿਕਲਿਕਰ ਕਹਿੰਦੇ ਨੇ ਜਿਹੜੇ ਹਥਿਆਰ ਬਣਾਉਂਦੇ ਸੀ ਅੱਜ ਕੱਲ ਉਹਨਾਂ ਨੂੰ ਵੀ ਸਪੋਰਟ ਤੇ ਤੁਸੀਂ ਕਿਸੇ ਵੀ ਪ੍ਰੋਜੈਕਟ ਨੂੰ ਜੋ ਤੁਹਾਡੇ ਮਨ ਨੂੰ ਛੂੰਹਦਾ ਹੋਏ ਤੁਸੀਂ ਉੱਥੇ ਕਰ ਸਕਦੇ ਹੋ। ਇਨ ਟਰਮਸ ਆਫ ਜਿਹੜੀ ਇੰਡੀਆ ਦੀ ਸਪੋਰਟ ਹੈ ਮਿਸ਼ਨ ਐਜੂਕੇਸ਼ਨ ਟਰਸਟ ਔਰ ਮਿਸ਼ਨ ਐਮਪਾਵਰਮੈਂਟ ਫਾਊਂਡੇਸ਼ਨ ਤੇ ਉਹਦੇ ਲਈ ਸਾਨੂੰ ਬਾਹਰੋਂ ਸਪੋਰਟ ਹੁਣੇ ਤੱਕ ਦੀ ਪਰਮਿਸ਼ਨ ਨਹੀਂ ਹੈਗੀ ਬਟ ਅਗਰ ਜੇ ਕਰਕੇ ਤੁਸੀਂ ਜਾਂ ਤੁਹਾਡੇ ਪਰਿਵਾਰ ਵੱਲੋਂ ਕੋਈ ਇੰਡੀਆ ਦੇ ਬੈਂਕਿੰਗ ਚੈਨਲ ਦੇ ਰਾਹੀਂ ਕੋਈ ਕਰਨਾ ਚਾਹੇ ਤੇ ਉਹ ਵੀ ਪਿਕ ਕਰ ਸਕਦੇ ਹੋ ਬਟ ਦੋਸ ਟੂ ਆਰ ਐਕਸਕਲੂਸਿਵਲੀ ਫॉर ਐਜੂਕੇਸ਼ਨ ਆਫ ਦ ਚਿਲਡਰਨ। ਜੀ ਜੀ ਬਹੁਤ ਥੈਂਕ ਯੂ ਇਹ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨ ਲਈ। ਮੈਨੂੰ ਲੱਗਦਾ ਕਿ ਵੀ ਨੀਡ ਮੋਰ ਆਰਗੇਨਾਈਜੇਸ਼ਨਸ ਲਾਈਕ ਜਿਵੇਂ ਤੁਸੀਂ ਕਿਹਾ ਕਿ ਰਿਸੋਰਸਸ ਸਾਡੇ ਕੋਲ ਲਿਮਿਟਡ ਨੇ ਬਟ ਉਹੀ ਜੇ ਸਾਰੇ ਇਕੱਠੇ ਹੋ ਜਾਣ ਮੈਨੂੰ ਲੱਗਦਾ ਰਿਸੋਰਸਸ ਜੇ ਸਹੀ ਜਗ੍ਹਾ ਤੇ ਲੱਗ ਰਹੇ ਨੇ ਉਹ ਰਿਜ਼ਲਟਸ ਆਫ ਕੋਰਸ ਉਹ ਜਨਰੇਟ ਕਰਦਾ ਐਂਡ ਯੂ ਸੈਡ ਥਾਊਜ਼ੈਂਡਸ ਤੁਸੀਂ ਉਹ ਰਿਜ਼ਲਟ ਜਨਰੇਟ ਕੀਤਾ ਐਂਡ ਵੀ ਆਰ ਵੈਰੀ ਗ੍ਰੇਟਫੁਲ ਅਸੀਂ ਬਹੁਤ ਮਤਲਬ ਗ੍ਰੇਟਫੁਲ ਆ ਤੁਸੀਂ ਇਹ ਜੇ ਮਤਲਬ ਕਰ ਰਹੇ ਹੋ ਆਫਟਰ ਰਿਟਾਇਰਮੈਂਟ ਐਸ ਵੈਲ ਯੂ ਡੋਂਟ ਵਾਂਟ ਟੂ ਰੈਸਟ ਐਂਡ ਉਸ ਤੋਂ ਬਾਅਦ ਮੈਂ ਗੱਲ ਕਰੂੰਗੀ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ you are doing this for underprivileged children basically education ਜੋ ਕਿ ਇੱਕ ਫਾਊਂਡੇਸ਼ਨ ਹੁੰਦੀ ਹੈ ਪਰ ਤੁਸੀਂ ਪੰਜਾਬ ਤੋਂ ਤੁਹਾਡੀ ਜਿਹੜਾ ਪੰਜਾਬ ਚ ਨੇ ਤੁਸੀਂ ਪੰਜਾਬ ਤੇ ਪੰਜਾਬੀਅਤ ਲਈ ਕੀ ਕਰ ਰਹੇ ਹੋ। देखो क्योंकि ऐसी मिशन के तहत मैं बड़ा फ्रैंक होके कहांगा कि ਜਿਹੜੀ ਮੇਰੀ ਨੌਲੇਜ ਸੀਗੀ ਅਬਾਊਟ ਪੰਜਾਬ ਵਾਸ ਪ੍ਰਾਇਮਰੀਲੀ ਕਿਉਂਕਿ ਤੁਸੀਂ ਫੋਰਨ ਸਰਵਿਸ ਜੋ ਟਰੈਵਲ ਜ਼ਿਆਦਾ ਕਰਦੇ ਰਹੋ ਤੁਹਾਨੂੰ ਦੁਨੀਆ ਦਾ ਜ਼ਿਆਦਾ ਪਤਾ ਸੀਗਾ ਆਪਣੀ ਸਟੇਟ ਤੋਂ ਥੋੜਾ ਘੱਟ ਬਟ ਪਿਛਲੇ ਆਈ ਵੁੱਡ ਸੇ 7-8 ਸਾਲਾਂ ਤੋਂ ਪ੍ਰਾਇਮਰੀਲੀ ਲਾਸਟ 4-5 ਇਅਰਸ ਮੈਨੂੰ
ਪਰਸਨਲ ਤੌਰ ਤੇ ਟਰੈਵਲ ਕਰਨ ਦਾ ਮੌਕਾ ਮਿਲਿਆ ਵਿਦਿਨ ਪੰਜਾਬ ਐਂਡ ਟੂ ਰੂਰਲ ਪੰਜਾਬ। ਤਾਂ ਇੱਕ ਜਿਹੜੀ ਮੇਰੀ ਇਮੇਜ ਬਸਟ ਹੋਈ ਹੈ ਕਿ ਜੋ ਪੰਜਾਬ ਫਿਲਮਾਂ ਵਿੱਚ ਦਿਖਾਇਆ ਜਾਂਦਾ, ਜੋ ਪੰਜਾਬ ਗਰਾਊਂਡ 'ਚ ਹੈ, ਸਪੈਸ਼ਲੀ ਰੂਰਲ ਪੰਜਾਬ, ਉਹ ਡਿਫਰੈਂਟ ਹੈ ਜੀ। Till about 2000, Punjab was top 3 states in terms of performance, in terms of development, in terms of prosperity in India. ਤਾਂ ਜੇ ਅੱਜ ਦੀ ਮੈਂ ਗੱਲ ਕਰਾਂ ਤੇ we are just close to 20 number or something, maybe even lower, I don't know, out of 28 states. ਤੇ ਦੋ ਚੀਜ਼ਾਂ ਜੋ ਕਲੀਅਰ ਹੈਗੀਆਂ ਨੇ ਸੋਸਾਇਟੀ ਦੇ ਤੌਰ ਤੇ ਕਿ ਪੰਜਾਬ ਫੇਸਡ ਅ ਵੈਰੀ ਡਿਫਿਕਲਟ ਫੇਜ਼ ਫਰੋਮ 80 to 90 to 2000। ਉਹਦੇ ਵਿੱਚ ਸਟੇਟਸ ਦੀ ਜਿਹੜੀ ਪ੍ਰਾਇੋਰਟੀ ਸੀਗੇ ਫॉर ਵੇਰੀਅਸ ਰੀਜ਼ਨ ਬਿਕਾਜ਼ ਆਫ ਲੋਕਲ ਕੰਡੀਸ਼ਨਸ ਡਾਇਵਰਟ ਹੋ ਗਈਆਂ ਲਾਅ ਐਂਡ ਆਰਡਰ ਤੇ, ਸਿਕਿਉਰਿਟੀ ਤੇ, ਬੀਇੰਗ ਅ ਬਾਰਡਰ ਸਟੇਟ, ਤੇ ਐਜੂਕੇਸ਼ਨ ਤੇ ਥੋੜਾ ਜਿਹਾ ਜ਼ੋਰ ਘਟ ਰਿਹਾ। ਉਸੀ ਦਾ ਰਿਜ਼ਲਟ ਸੀਗਾ ਮਾਈਗ੍ਰੇਸ਼ਨ। ਯੂ ਹੈਵ ਸੀਨ ਹਿਊਜ ਮਾਈਗ੍ਰੇਸ਼ਨ ਟੁਕ ਪਲੇਸ ਐਂਡ ਪੰਜਾਬੀ ਯੂਥ, ਪੰਜਾਬੀ ਇੰਟੈਲੀਜੈਂਸੀਆ, ਟੀਚਰਸ, ਪ੍ਰੋਫੈਸਰਸ, ਆਲ ਫੀਲਡਸ ਮੂਵਡ ਆਊਟ। ਅੱਛੀ ਗੱਲ ਹੈ, ਜ਼ਰੂਰ ਅਪਰਚੁਨਿਟੀ ਹੈ, ਬਟ ਜਿਹੜਾ ਕਾਰਨ ਹੋਇਆ ਪੰਜਾਬ ਵਿੱਚ ਐਜੂਕੇਸ਼ਨ ਦਾ ਜੀ, ਤੇ ਮੈਂ ਅੱਜ ਦੀ ਅਗਰ ਗੱਲ ਕਰਾਂ, ਤੁਹਾਨੂੰ ਸਟੈਟਸ ਸ਼ੇਅਰ ਕਰਾਂ ਤੇ ਯੂ ਵਿਲ ਬੀ ਸਰਪ੍ਰਾਈਜ਼ਡ ਦੈਟ ਪੰਜਾਬ ਦਾ ਜਿਹੜਾ ਸਟੂਡੈਂਟ ਦਾ ਡ੍ਰੌਪ ਆਊਟ ਰੇਟ ਹੈ ਪ੍ਰਾਇਮਰੀ ਦਾ, ਨੈਸ਼ਨਲ ਐਵਰੇਜ ਤੋਂ ਵੀ ਘੱਟ, ਮਤਲਬ ਉਹਨਾਂ ਤੋਂ ਵੀ ਜ਼ਿਆਦਾ ਬੱਚੇ ਡ੍ਰੌਪ ਹੁੰਦੇ ਨੇ। ਔਰ ਸੈਕੰਡਰੀ ਵਿੱਚ ਅਗੇਨ ਵੀ ਆਰ ਲੈਕਿੰਗ ਦੈਨ ਰੈਸਟ ਆਫ ਦ ਸਟੇਟਸ। ਤੇ ਹਾਇਰ ਦੀ ਗੱਲ ਕਰਾਂ ਮੈਂ, ਜਿਹੜਾ ਸੀਨੀਅਰ ਸਕੂਲ 8th onwards, let me just not talk about it ਕਿਉਂਕਿ it will hit some people, but ਕਹਿਣ ਦਾ ਭਾਵ ਹੈ ਕਿ ਅਸੀਂ ਨੈਸ਼ਨਲ ਐਵਰੇਜ ਤੋਂ ਘੱਟ ਹੈ। ਤੁਹਾਡੀ ਐਨਰੋਲਮੈਂਟ ਇਨ ਸਕੂਲ ਇਜ਼ ਲੈਸ ਦੈਨ ਦ ਨੈਸ਼ਨਲ ਐਵਰੇਜ। ਤੇ ਅੱਜ ਦਾ ਜ਼ਮਾਨਾ ਜਿਹੜਾ ਟੈਕਨੋਲੋਜੀ ਹੈ, ਤੇ ਵਾਟ ਆਈ ਐਮ ਸੇਇੰਗ ਇਜ਼ ਬੇਸਡ ਔਨ ਡਾਟਾ, ਐਂਡ ਡਾਟਾ ਇਜ਼ ਇੱਕ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਯੂਨੀਫਾਈਡ, ਉਹਨੂੰ ਬੋਲਦੇ ਨੇ UDISC, ਕਿ ਉਹ ਯੂਨੀਫਾਈਡ ਜਿਹੜਾ ਵੀ ਬੱਚਾ ਸਕੂਲ 'ਚ ਐਨਰੋਲ ਕਰਦਾ ਹੈ ਉਹਨੂੰ ਕੈਪਚਰ ਕਰਦਾ ਹੈ ਕਿ ਕਿਹੜੀ ਵੀ ਕਲਾਸ 'ਚ, ਔਰ ਜਦੋਂ ਡ੍ਰੌਪ ਹੁੰਦਾ। ਇਹ ਅਗਰ ਅਸੀਂ ਨੋਟ ਕਰੀਏ ਤੇ it presents a very alarming figure. Yes. As I said कि education is a great leveler. ਤੁਸੀਂ ਕਿਸੇ ਵੀ ਸੰਸਥਾ ਲਈ ਤੁਸੀਂ look at the southern states, ਅੱਜ ਜੋ ਉਹਨਾਂ ਦੀ prosperity ਹੈ over the last 2 decades is primarily because of education and technology and IT resources. ਤੇ ਇਹ ਮੈਨੂੰ ਲੱਗਾ। ਦੂਸਰਾ ਕੀ ਲੱਗਾ, social fabric। ਮੈਂ ਕੁਛ ਨਹੀਂ ਹੋਰ ਕਹਾਂਗਾ ਕਿ ਕਿ what are the problems, whether it is drugs or in terms of unemployment, in terms of excessive use of water for agriculture. ਤੇ ਇਹ ਜਦੋਂ ਅਸੀਂ ਪਲਾਨਿੰਗ ਤਰੀਕੇ ਨਾਲ ਨਹੀਂ ਕਰ ਪਾਏ ਤੇ ਆਉਣ ਵਾਲਾ ਜਿਹੜਾ ਟਾਈਮ ਹੈ we have to look forward ਕਿ ਵੀ ਅਸੀਂ ਮਿਟੀਗੇਟ ਕਿਨ ਕਰੀਏ ਜਾਂ ਕਿਨ ਅਸੀਂ ਕਰੀਏ। ਤਾਂ ਕਈ ਸੰਸਥਾਵਾਂ ਨੇ, ਮੈਂ 5 ਇੱਕ ਹੋਰ PANG ਜਿਹੜੀ ਇੱਕ NGO ਹੈ, ਉਹ ਵਾਟਰ ਕੰਜ਼ਰਵੇਸ਼ਨ ਵਿੱਚ ਕੰਮ ਕਰਦੀ ਹੈ, ਐਗਰੀਕਲਚਰ ਪ੍ਰੈਕਟਿਸ ਲਈ, ਉਹਨਾਂ ਲਈ ਵੀ ਮੈਂ ਐਸੋਸੀਏਟਡ ਹਾਂ। ਤਾਂ ਕੋਸ਼ਿਸ਼ ਹੈ ਕਿ ਅਸੀਂ ਸਾਰੇ ਮਿਲ ਕੇ ਇੱਕ ਐਟਲੀਸਟ ਵਿਜ਼ਨ ਕਰੀਏ in next decade or so ki we bring back Punjab to the glory what it stood for, not only within India but abroad. ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈਗੇ ਨੇ, ਭਾਵੇਂ ਤੁਸੀਂ ਕਹੋ ਕਿ ਪੰਥਕ ਤੌਰ ਤੇ ਨੇ ਜਾਂ ਇਵਨ ਅਦਰਵਾਈਜ਼, ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇੱਕ ਰਿਸਪੌਂਸਿਬਿਲਿਟੀ ਔਰ ਇੱਕ ਡਿਊਟੀ ਨਿਭਾਉਣੀ ਪਏਗੀ ਕਿ we try to consolidate these efforts. ਮੈਂ ਜਿਵੇਂ NGOs ਦੀ ਮੈਂ ਗੱਲ ਕਰਾਂ ਤੇ ਮੈਂ I was shocked to notice ਕਿ ਬਈ ਜਿਹੜੀ ਮੇਰੀ ਨੌਲੇਜ ਵਿੱਚ ਰਜਿਸਟਰਡ ਹੈਗੀ ਨੇ 84 ਤੋਂ ਵੱਧ ਸੰਸਥਾਵਾਂ ਨੇ ਜਿਹੜੀ ਕੰਮ ਕਰ ਰਹੀਆਂ ਨੇ, but they compete. Yes. So once you compete, resource is limited. ਮੇਰਾ ਕਹਿਣ ਦਾ ਭਾਵ ਹੈ ਜੋ ਵੀ ਤੁਹਾਡਾ ਇੱਕ ਮਿਸ਼ਨ ਹੈ, ਤਾਂ why can't we have a federation of NGOs who are in education, or federation of NGOs who are in water conservation or agriculture practice, or federation of associations, those who work for the social fabric. ਤੇ
ਏਜ ਕੰਸੋਲੀਡੇਸ਼ਨ ਦਾ ਟਾਈਮ ਹੈ। ਤੁਸੀਂ ਦੇਖੋ ਤੁਸੀਂ ਅੱਜ ਡਾਕਟਰ ਕੋਲ ਨਹੀਂ ਜਾਂਦੇ, ਤੁਸੀਂ ਸਪੈਸ਼ਲਿਸਟ ਕੋਲ ਜਾਂਦੇ ਹੋ। ਉਹ ਸਾਡੇ ਸ਼ਾਇਦ ਮਾਪਿਓ ਸੀਗੇ ਜਿਹੜੇ ਕਹਿੰਦੇ ਚਲੋ ਡਾਕਟਰ ਕੋਲ ਚੱਲੀਏ। ਜੇ ਅੱਜ ਤੁਹਾਨੂੰ ਅੱਖ ਦਾ ਡਾਕਟਰ ਦੇਖਣਾ, ਤੁਸੀਂ ਆਪਥੈਲਮੋਲੋਜਿਸਟ ਕੋਲ ਜਾਓਗੇ, ਤੁਸੀਂ ਜਨਰਲ ਫਿਜ਼ੀਸ਼ੀਅਨ ਕੋਲ ਨਹੀਂ ਜਾਓਗੇ। ਤੁਸੀਂ ਜੇ ਹਾਰਟ ਦੀ ਪ੍ਰੋਬਲਮ ਹੈ, ਯੂ ਗੋ ਟੂ ਦਾ ਸਪੈਸ਼ਲਿਸਟ। ਤੇ ਜਿਵੇਂ ਟੈਕਨੋਲੋਜੀ ਡਿਵੈਲਪ ਕਰ ਰਹੀ ਹੈ, ਜਿਸ ਪੇਸ ਤੇ ਡਿਵੈਲਪ ਕਰ ਰਹੀ ਹੈ, ਅਗਰ ਅਸੀਂ ਪੇਸ ਨਾ ਵੀ ਰੱਖੀਏ, ਐਟਲੀਸਟ ਉਸ ਰੋਡ ਤੇ ਤਾਂ ਰਹੀਏ ਜਿਹੜੀ ਲੈ ਕੇ ਜਾ ਰਹੀ ਹੈ। ਤੋ ਇਨ ਸ਼ਾਰਟ ਆਈ ਹੈਵ ਅ ਬਲੂ ਵਿਚ ਆਈ ਪ੍ਰੈਜ਼ੈਂਟਡ ਇਨ ਮੈਨੀ ਕਿ ਅਸੀਂ ਫੋਕਸ ਕਰੀਏ ਐਜੂਕੇਸ਼ਨ ਤੇ, ਪ੍ਰਾਇਮਰਲੀ ਟੂ not only enroll students in Punjab, but to retain them. Retain them, yes. Retain them and give them, ਕਿਉਂਕਿ lack of education ਇੱਕ ਪੱਖੋਂ ਨਹੀਂ ਹੈਗਾ, ਤੁਹਾਨੂੰ ਟੀਚਰ ਵੀ ਚਾਹੀਦੇ ਨੇ। ਬਿਲਕੁਲ ਬਿਲਕੁਲ। ਸਕੂਲ ਬਣਾਉਣ ਨਾਲ ਜਾਂ ਗਰਾਊਂਡ ਬਣਾਉਣ ਨਾਲ ਤੁਹਾਨੂੰ ਯੂ ਕੈਨ ਗੈਟ ਅ ਰਿਜ਼ਲਟ ਇਨ ਅ ਕੰਪੀਟੀਟਿਵ ਵਰਲਡ। ਜਦੋਂ ਤੁਸੀਂ ਬੋਰਡ ਹੀ ਬਹਿੰਦੇ ਹੋ, that board exam is the same for all over, you do for the CBSE. How you perform, ਤੁਸੀਂ ਇੱਕ ਕਲਾਸ ਵਿੱਚ, ਮੈਂ ਐਗਜ਼ਾਮਪਲ ਦਵਾਂ, ਇੱਕ ਟੀਚਰ ਹੈ 40 ਬੱਚਿਆਂ ਨੂੰ ਪੜ੍ਹਾ ਰਿਹਾ ਤੇ 40 ਬੱਚਿਆਂ ਨੂੰ ਸੇਮ ਪੜ੍ਹਾ ਰਿਹਾ ਜਾਂ ਨਹੀਂ ਪੜ੍ਹਾ ਰਿਹਾ, ਜੋ ਵੀ, ਤੇ ਬੱਚੇ ਦੀ ਰਿਸੈਪਟੀਵਿਟੀ ਐਂਡ ਟੀਚਰ ਦਾ ਕਨੈਕਟੀਵਿਟੀ, ਟੀਚਰ ਦੀ ਅਵੇਲੇਬਿਲਿਟੀ, quality teaching is also as much important. Right. And as I say, support system ਹੈ ਜਿਹੜਾ, ਤੇ I feel ਕਿ ਜਿਨ੍ਹਾਂ ਨੂੰ ਹਾਈ ਪਰਫਾਰਮਿੰਗ ਨੇ ਉਹਨਾਂ ਨੂੰ ਮੈਂਟਰਸ਼ਿਪ, ਜਿਹੜੇ ਐਵਰੇਜ ਪਰਫਾਰਮਿੰਗ ਨੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ, ਔਰ ਜਿਹੜੇ ਥੱਲੇ ਨੇ ਉਹਨਾਂ ਨੂੰ ਕੰਟੀਨਿਊਟੀ ਐਟਲੀਸਟ ਫॉर ਦ ਸਕੂਲਿੰਗ। ਤੇ ਤੁਸੀਂ ਦੁਨੀਆ ਦੇ ਡਿਫਰੈਂਟ ਮਾਡਲਸ ਦੇਖੋ, ਤੇ ਮੈਂ ਮੇਰੀ ਜਿਹੜੀ ਪ੍ਰੈਜੈਂਟੇਸ਼ਨ ਲਾਸਟ ਮੈਂ ਕੀਤੀ ਵੀ ਸੀ, ਤੇ ਉਹਦੇ ਚ ਮੈਂ ਕੋਰੀਆ ਦਾ ਐਗਜ਼ਾਮਪਲ, ਚਾਈਨਾ ਦਾ, ਜਰਮਨੀ ਦਾ, ਫਿਨਲੈਂਡ ਦਾ, ਫਿਨਲੈਂਡ for teachers, South Korea for the system of higher education, China for the system of skill development. ਜਿਵੇਂ best practices ਨੇ, ਅਸੀਂ ਦੁਨੀਆ ਤੋਂ ਲੈ ਕੇ ਜੋ ਵੀ ਮੇਰੇ ਵੱਲੋਂ ਤੇ ਮੈਂ ਵੋਲੰਟੀਅਰ ਕਰ ਸਕਦਾ, ਬਟ ਅਗਰ ਅਸੀਂ ਲਾਈਕ ਮਾਈਂਡਡ ਪੀਪਲ ਇਕੱਠੇ ਹੋਈਏ, ਸਪੈਸ਼ਲੀ ਜਿਹੜੇ ਕੈਨੇਡਾ ਦੇ ਵਸਨੀਕ ਹੈਗੇ ਨੇ, now they have a comfortable life. Always aspire ਕਿ ਸਾਡਾ ਪੰਜਾਬ ਦੀ ਜਦੋਂ ਗੱਲ ਕਰਦੀ ਹੈ, ਸਾਡਾ ਵਿਰਸਾ, ਸਾਡੀ ਕਲਚਰ, ਸਾਡਾ ਪੰਥ, ਤਾਂ ਅਸੀਂ ਉਹਨੂੰ ਸਿਰਫ ਲਫ਼ਜ਼ਾਂ ਵਿੱਚ ਨਾ ਰੱਖੀਏ, ਅਸੀਂ ਥੋੜੀ ਜਿਹੀ ਰਿਐਲਿਟੀ ਵੱਲ ਵੀ ਕੋਸ਼ਿਸ਼ ਕਰੀਏ। I'll be, I mean, ਤੁਹਾਡਾ ਇੰਟਰਵਿਊ ਦਾ ਟਾਈਮ ਸ਼ਾਰਟ ਹੈ, but I'll be more than happy to share the whole concept, the blueprint. And ਅਗਰ ਕੋਈ ਵੀ ਸੰਸਥਾ ਜਾਂ ਕੋਈ ਵੀ ਸ਼ੁਭ ਚਿੰਤਕ ਡਿਸਕਸ ਕਰਨਾ ਚਾਹੇ ਤੇ I'll be more than happy to. ਨਹੀਂ, ਮੈਨੂੰ ਤੁਹਾਡਾ ਇੱਕ ਬਹੁਤ ਸੁਝਾਅ ਬਹੁਤ ਵਧੀਆ ਲੱਗਿਆ, ਤੁਸੀਂ ਕਿਹਾ ਕਿ ਫੈਡਰੇਸ਼ਨ ਹੋਣੀ ਚਾਹੀਦੀ ਹੈ, ਬਿਕੋਜ਼ ਆਈ ਹੈਵ ਆਲਸੋ ਬੀਨ ਅ ਪਾਰਟ ਆਫ ਅ ਯੂਥ NGO। ਮੈਂ ਵੀ NGO ਵਿੱਚ ਕੰਮ ਕਰਕੇ ਦੇਖਿਆ ਹੈ, ਮੈਂ ਹੋਰ ਆਪਣੇ ਨਾਲ ਤੇ NGOs ਨਾਲ ਦੇਖਿਆ ਹੈ ਕਿ ਕਿੱਦਾਂ ਅਸੀਂ ਜਦੋਂ ਕੰਮ ਕਰਦੇ ਹਾਂ, ਬਟ ਅਸੀਂ ਇਕੱਠੇ ਕੰਮ ਨਹੀਂ ਕਰਦੇ ਹੈਗੇ, ਬਟ ਅਸੀਂ ਸੇਮ ਗੋਲ ਦੇ ਲਈ ਕੰਮ ਕਰਦੇ ਹਾਂ। ਸੋ ਇਫ ਵਾਈ ਨਾਟ, ਜੇ ਉਹ ਇਕੱਠੇ ਹੋ ਜਾਣ ਤਾਂ ਉਹਦਾ ਜਿਹੜਾ ਮਤਲਬ ਰਿਜ਼ਲਟ ਹੈ ਉਹ ਥੋੜਾ ਹੋਰ ਉੱਭਰ ਕੇ ਆਏਗਾ, ਤੇ ਆਈ ਥਿੰਕ ਟਾਈਮ ਵੀ ਬਚੇਗਾ। ਸੋ ਇਹ ਬਹੁਤ ਮੈਨੂੰ ਐਕਚੁਅਲੀ ਪ੍ਰੈਕਟੀਕਲੀ ਬਹੁਤ ਵਧੀਆ ਲੱਗਿਆ। ਬਟ ਆਈ ਥਿੰਕ ਯੂ ਆਰ ਰਾਈਟ ਕਿ ਜਿਹੜੇ ਇੱਥੇ ਰਹਿੰਦੇ ਨੇ, NRIs ਰਹਿੰਦੇ ਨੇ, ਜਿਹੜੇ ਹੁਣ ਕੰਫਰਟੇਬਲ ਲਾਈਫ ਵਿੱਚ ਹੋ ਚੁੱਕੇ ਨੇ, ਉਹਨਾਂ ਨੂੰ ਐਜੂਕੇਸ਼ਨ ਤੇ ਨਾਟ ਜਸਟ ਪੰਜਾਬ ਨੂੰ ਖੜਾ ਕਰਨਾ, ਪਰ ਪੰਜਾਬ ਦੇ ਬੱਚਿਆਂ ਨੂੰ ਅੱਗੇ ਉਸ ਖੜੇ ਹੋਏ ਪੰਜਾਬ 'ਚ ਕਿਵੇਂ ਅੱਗੇ ਜਾ ਕੇ ਉਸ ਨੂੰ ਹੋਰ ਵਧੀਆ ਬਣਾਉਣਾ, ਉਹਦੇ ਲਈ ਵੀ ਬਹੁਤ ਜ਼ਰੂਰਤ ਹੈ। ਮੈਂ ਤਾਂ ਕਹਾਂਗਾ ਕਿ ਜੇ ਤੁਸੀਂ ਅੱਜ ਦੀ ਲੋੜ ਇੱਕੋ ਹੀ ਹੈ, ਅਸੀਂ ਵਿਸਾਖੀ ਤੇ ਨਗਰ ਕੀਰਤਨ ਕਰਨੇ ਹਾਂ, ਅਸੀਂ ਗੁਰਪੁਰਬ ਤੇ ਨਗਰ ਕੀਰਤਨ ਕਰਨੇ ਹਾਂ, ਅਸੀਂ ਕਰੀਏ। ਬਟ ਮੇਰੀ ਜ਼ਹਿਨੀ ਸੋਚ ਹੈ ਕਿ ਅਸੀਂ 5 ਨਗਰ ਕੀਰਤਨ ਤੋਂ ਬਜਾਏ ਇੱਕ ਨਗਰ ਕੀਰਤਨ ਕਰੀਏ, ਔਰ ਜਿਹੜੇ 4 ਹੈਗੇ ਨੇ ਜਾਂ 3-4 ਜਿਹੜੇ ਬਾਕੀ ਨੇ ਉਹਨੂੰ ਵਿਦਿਆ ਲੰਗਰ ਕਰੀਏ। ਬਿਲਕੁਲ। ਤੇ ਤੁਸੀਂ ਇਮੇਜਿਨ ਕਰੋ ਕਿ ਜੇ ਤੁਸੀਂ portion of that you divert resources for education, ਤੁਸੀਂ ਆਪਣੇ, ਮੈਂ ਤੇ ਇੰਝ ਕਹਾਂਗਾ ਕਿ ਜੇ ਕੋਈ ਪਰਿਵਾਰ ਹੋਏ, ਆਪਣੇ ਬਜ਼ੁਰਗਾਂ ਦੇ ਨਾਂ ਤੇ ਤੁਸੀਂ ਸਕਾਲਰਸ਼ਿਪ ਬਣਾਓ। ਤੁਸੀਂ ਕਹੋ ਕਿ ਜੀ ਮੇਰੇ ਗੁਰਦੇਵ ਸਿੰਘ ਫਾਊਂਡੇਸ਼ਨ ਜਿਹੜਾ ਇਹ ਕਰੇਗੀ, ਜਾਂ ਪਰਮਜੀਤ ਸਿੰਘ ਸੰਸਥਾ, ਜੋ ਤੁਸੀਂ ਜੋ ਵੀ ਕਰੋ, ਜਿੱਥੇ ਵੀ ਤੁਹਾਨੂੰ ਲੱਗੇ। ਬਟ ਕਹਿਣ ਦਾ ਭਾਵ ਹੈ ਕਿ ਮੈਂ ਇੱਕ ਐਗਜ਼ਾਮਪਲ ਦੇਣਾ, ਵੈਸੇ ਪਤਾ ਨਹੀਂ ਆਪ ਹੈ ਕਿ ਨਹੀਂ, ਤੁਸੀਂ ਜ਼ਿਆਦਾਤਰ ਪੰਜਾਬੀਆਂ ਨੂੰ ਤਾਂ ਕੈਨੇਡਾ ਨਾਲ ਪੱਕਾ ਪਤਾ ਹੈ, ਅਸੀਂ ਪਲੇਨ ਤੇ ਟਰੈਵਲ ਕੀਤਾ ਵਾ, ਰਾਈਟ? ਤੇ 2 ਚੀਜ਼ਾਂ ਮੈਂ ਤੁਹਾਨੂੰ ਰੈਫਰ ਕਰਨਾ ਚਾਹਾਂਗਾ ਜੋ ਲੋਕ ਰੋਜ਼ ਦੇਖਦੇ ਨੇ ਬਟ ਸ਼ਾਇਦ ਭੁੱਲ ਵੀ ਜਾਂਦੇ ਨੇ।
ਤੇ ਜੇ ਤੁਸੀਂ ਪਲੇਨ ਜਦੋਂ ਬੋਰਡ ਕਰਦੇ ਹੋ ਹੂੰ ਤੇ ਏਡਾ ਵੱਡਾ ਪਲੇਨ, ਸਾਰਾ ਸਮਾਨ ਉਹਦੇ ਵਿੱਚ ਪਿਆ, ਪੈਸੇਂਜਰ ਪਏ ਆ, ਲੇਕਿਨ ਜਦੋਂ ਬੇ ਤੋਂ ਹਟਦਾ ਹੈ ਤੇ ਪਲੇਨ ਆਪਣੇ ਆਪ ਨਹੀਂ ਹਟਦਾ, ਇੱਕ ਟੋ ਟਰੱਕ ਆਂਦਾ ਤੇ ਉਹ ਟੋ ਟਰੱਕ ਪਲੇਨ ਨੂੰ ਘੁਮਾਉਂਦਾ ਹੈ, ਵਾ ਰਨਵੇ ਤੇ ਲੈ ਜਾਂਦਾ, ਡਾਇਰੈਕਸ਼ਨ ਦਿੰਦਾ ਕਿ ਭਾਈ ਹੁਣ। ਸੋ ਦ ਟੋ ਟਰੱਕ ਦੀ ਰਿਸਪੌਂਸਿਬਿਲਿਟੀ ਉੱਥੇ ਤੱਕ ਲੈ ਜਾਂਦੀ। ਉਸ ਤੋਂ ਬਾਅਦ ਪਲੇਨ ਫਲਾਈ ਕਰਦਾ ਹੈ। ਨੰਬਰ 2, ਵੈਨ ਯੂ ਸਿਟ ਇਨ ਦ ਪਲੇਨ, ਇੱਕ ਪਹਿਲੀ ਅਨਾਉਂਸਮੈਂਟ ਹੁੰਦੀ ਹੈ ਕਿ ਪਹਿਲੇ ਆਪਣੀ ਬੈਲਟ ਪਾਈਏ, ਫਿਰ ਦੂਸਰੇ की हेल्प ਕਰੀਏ। ਤਾਂ ਮੈਂ ਤੁਹਾਨੂੰ ਇਹ ਛੋਟੇ ਜਿਹੇ 2 ਐਗਜ਼ਾਮਪਲ ਦਿਆਂਗਾ। ਤੁਸੀਂ ਉਹ ਟੋ ਟਰੱਕ ਬਣੋ, ਭਾਵੇਂ ਉਹ ਇੰਡੀਆ ਵਿੱਚ ਵਸਦਾ ਹੋਏ, ਪੰਜਾਬੀ ਹੋਏ, ਜਾਂ ਭਾਵੇਂ ਬਾਹਰ ਹੋਏ ਕੈਨੇਡਾ ਵਿੱਚ ਜਾਂ ਕਿਧਰੇ ਵੀ, ਤੇ ਤੁਸੀਂ ਉਹ ਟੋ ਟਰੱਕ ਬਣ ਕੇ ਡਾਇਰੈਕਸ਼ਨ ਦੇਣ ਵਾਲਾ ਕੰਮ ਕਰੋ। ਐਂਡ ਸੈਕੰਡਲੀ, ਅਸੀਂ ਬਾਕੀ ਜਗ੍ਹਾ ਤੇ ਹੈਲਪ ਤੇ ਕਰਨੀ ਆ, ਬਟ ਸਭ ਤੋਂ ਪਹਿਲੇ ਤਾਂ ਅਸੀਂ ਆਪਣੀ ਸਟੇਟ ਦੀ, ਆਪਣੀ ਪੰਜਾਬੀਅਤ ਦੀ, ਆਪਣੇ ਪੰਜਾਬ ਦੇ ਬੱਚਿਆਂ ਦੀ ਸਪੋਰਟ ਕਰੀਏ, ਫਿਰ ਅਸੀਂ ਅੱਗੇ ਚੱਲੀਏ। ਤੇ ਅਸੀਂ ਜੇ ਪਹਿਲ ਕਰੀਏ ਤੇ ਸਿੱਖਿਆ ਲੰਗਰ ਲਗਾ ਕੇ, ਜਾਂ ਜੋ ਵੀ ਜਿਸ ਤਰੀਕੇ ਨਾਲ ਵੀ ਤੁਸੀਂ ਕਰਨਾ ਚਾਹੋ, that is the way forward। ਸਿੱਖਿਆ ਲੰਗਰ, ਇਹਦੇ ਬਾਰੇ ਅਸੀਂ ਹੋਰ ਵਿਸਤਾਰ ਵਿੱਚ ਗੱਲ ਕਰਾਂਗੇ। ਤੁਹਾਡੇ ਕੋਲ ਇੱਕ ਬਹੁਤ ਸੋਹਣਾ ਪਲਾਨ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ। ਜਿਵੇਂ ਤੁਸੀਂ ਕਿਹਾ ਕਿ ਵੀ ਹੈਵ ਸ਼ਾਰਟੇਜ ਆਫ ਟਾਈਮ, ਬਟ ਮੈਂ ਇੱਕ ਹੋਰ ਤੁਹਾਡੇ ਤਜਰਬੇ ਬਾਰੇ ਗੱਲ ਕਰਨਾ ਚਾਹੂੰਗੀ, ਤੁਹਾਡੇ ਐਕਸਪੀਰੀਅੰਸ ਬਾਰੇ ਗੱਲ ਕਰਨਾ ਚਾਹੂੰਗੀ। ਕੈਨੇਡਾ ਦੇ ਵਿੱਚ ਕੈਨੇਡਾ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਦੋਂ ਆਏ, ਤੇ ਪਹਿਲਾ ਫਰਸਟ ਇੰਪ੍ਰੈਸ਼ਨ ਕੈਨੇਡਾ ਨੂੰ ਦੇਖ ਕੇ ਕੀ ਸੀ ਤੁਹਾਡਾ? ਕੈਨੇਡਾ ਮੈਂ ਐਜ਼ ਅ ਪੋਸਟਿੰਗ, ਵਾਹਿਗੁਰੂ ਦੀ ਬੜੀ ਮਿਹਰ ਹੈ ਕਿ ਆਈ ਹੈਡ ਦ ਅਪਰਚੁਨਿਟੀ ਆਫ ਟਰੈਵਲਿੰਗ ਟੂ 110 ਪਲੱਸ ਕੰਟਰੀਜ਼। ਤਾਂ ਉਹ ਮੈਂ ਐਜ਼ ਆਈ ਸੈਡ ਕਿ ਐਜ਼ ਅ ਪਾਰਟ ਆਫ ਮਾਈ ਜੌਬ ਕੀਤਾ ਹੈ। ਐਜ਼ ਅ ਪੋਸਟਿੰਗ ਮੈਂ 8 ਪੋਸਟਿੰਗਾਂ ਕੀਤੀਆਂ, ਤੇ ਕੈਨੇਡਾ ਵਾਸ ਵਨ ਆਫ ਦ ਪੋਸਟਿੰਗ। ਮੈਂ 2006 ਤੋਂ ਲੈ ਕੇ 2010 ਤੱਕ 4.25 ਸਾਲ ਇੱਥੇ ਕੌਂਸੂਲੇਟ ਵਿੱਚ ਐਜ਼ ਅ ਕੌਂਸਲ ਐਂਡ ਹੈਡ ਆਫ ਚਾਂਸਰੀ ਕਮਿਊਨਿਟੀ ਐਂਡ OCI ਕੰਮ ਕੀਤਾ ਸੀਗਾ। ਤੇ ਬੈਕ ਦੈਨ ਵੱਖਰਾ ਕੈਨੇਡਾ ਸੀਗਾ। ਜਿਵੇਂ ਮੈਂ ਮੈਂਸ਼ਨ ਵੀ ਕੀਤਾ, ਤਾਂ ਤੁਸੀਂ ਵੀ ਨੋਟ ਕੀਤਾ ਹੋਣਾ, ਯੂ ਬੀਇੰਗ ਯੰਗ, ਉਹ ਟਾਈਮ ਸੀਗਾ ਆਈ ਵੁੱਡ ਸੇ ਵਨ ਆਫ ਦ better times, ਜਦੋਂ Canada was opening up, lots of job opportunities, I would say comparatively easy systems of study, government ਦੀ support ਵੀ ਬੜੀ ਸੀਗੀ, Canadian government ਦੀ ਵੀ, ਤੇ one could immediately find its fit after completing either education or vocational। ਤਾਂ ਜਾਂ ਉਹ ਅੱਛਾ ਟਾਈਮ ਸੀਗਾ। ਬਟ ਇੱਕ ਜੋ ਸਾਡੇ ਟਾਈਮ ਤੇ ਜੋ ਆਈ ਥਿੰਕ ਪ੍ਰਾਈਮ ਰਿਸਪੌਂਸਿਬਿਲਿਟੀ ਗਿਵਨ ਬਾय ਦ ਗਵਰਨਮੈਂਟ, ਬਾय ਦ ਕੌਂਸੂਲੇਟ ਵਾਜ਼ ਕਿ ਕਮਿਊਨਿਟੀ ਦਾ ਕਨੈਕਟ। ਤੇ I thought that the whole team did work। ਮੈਂ ਆਪਣੇ ਆਪ ਨੂੰ ਵੱਖਰਾ ਨਹੀਂ ਕਦੀ ਕਹਾਂਗਾ। And we were able to connect with community, whether it was Punjabi community, Gujarati community, I would say though Muslim community, ਸਾਰੇ ਨਾਲ ਉਹ ਕਨੈਕਟ ਹੋਇਆ। ਤੇ ਮੈਂ I'm happy to share ਕਿ ਜੇ ਤੁਸੀਂ ਪਤਾ ਨਹੀਂ ਤੁਹਾਨੂੰ ਯਾਦ ਹੈ ਕਿ ਨਹੀਂ, ਯੰਗ ਡੰਡਾਸ ਤੇ ਜਿਹੜੀ ਪਰੇਡ ਹੁੰਦੀ ਹੈ, ਇੰਡੀਆ ਡੇ ਪਰੇਡ, ਉਹ ਪਹਿਲੀ ਵਾਰੀ we were able to start in 2007 ਤੇ ਉਹਦੇ 'ਚ ਬੜਾ ਵੱਡਾ ਹੁੰਗਾਰਾ ਮਿਲਿਆ। ਹੁਣ ਉਹ ਬਾਅਦ 'ਚ ਸ਼ਾਇਦ ਰੈਗੂਲਰ ਫੀਚਰ ਵੀ ਬਣ ਗਿਆ। ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਸ ਟਾਈਮ ਤੇ ਉਸ ਲੈਵਲ ਤੇ ਪਰੇਡ ਸਟਾਰਟ ਕਰਨਾ। ਤੇ ਉਹ ਜਦੋਂ ਅਸੀਂ ਪਹਿਲੀ ਪਰੇਡ ਸਟਾਰਟ ਕੀਤੀ ਸੀਗੀ, ਸਾਡਾ ਆਈਡੀਆ ਸੀਗਾ ਕਿ ਜੋ ਰਿਪਬਲਿਕ ਡੇ ਦੀ ਪਰੇਡ ਹੁੰਦੀ ਹੈ ਇੰਡੀਆ ਵਿੱਚ, ਰਾਜਪਥ, ਹੁਣ ਜਨਪਥ, ਉਹ ਅਸੀਂ ਰੈਪਲੀਕੇਟ ਕਰੀਏ। ਤੇ ਉਸ ਟਾਈਮ ਦੇ ਜਿਹੜੇ ਪ੍ਰੀਮੀਅਰ ਸੀਗੇ, ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਸੀਗੇ, ਦੇ ਵਰ ਆਲ ਇਨ ਪ੍ਰੈਜ਼ੈਂਸ, ਐਂਡ that was the connect। and दूसरा सीगा कि open house जो concept सीगा, और outsourcing of consular services, opening of collection service centers around that we started to build the connect। VIP visit भी हुए, प्राइम मिनिस्टर मनमोहन सिंह जी भी आए उस दौरान। Harper, Prime Minister Harper also went to India। ਤੇ ਕਾਫੀ ਅੱਛਾ ਕਨੈਕਟ ਰਿਹਾ ਇੰਡੀਆ ਕੈਨੇਡਾ ਦੇ ਰਿਲੇਸ਼ਨ were I think at a very strong ebb। ਥੋੜਾ ਜਿਹਾ ਐਬਰੇਸ਼ਨ ਰਿਹਾ ਸੀਗਾ ਪਿੱਛੇ, ਹੁਣ I think we are back into the same spirit of reconciliation and rebuilding and reconstructing and making up for the lost time।
ਐਂਡ ਅਸੀਂ ਹੁਣ ਫਿਰ ਮੇਰੇ ਖਿਆਲ ਨਾਲ ਵੀ ਵਿਲ ਬੀ ਕਮਿੰਗ ਬੈਕ ਟੂ ਦ ਸੇਮ ਲੈਵਲ ਆਫ ਸਟਰੈਂਥ ਐਂਡ ਬਾਇਲੈਟਰਲ ਕੋਆਪਰੇਸ਼ਨ ਜੋ ਪਹਿਲਾਂ ਸੀਗੀ। ਬਿਲਕੁਲ। ਮੈਂ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੀ ਗੱਲ ਕਰਨਾ ਚਾਹੁੰਦੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੇ ਦੌਰਾਨ ਵੀ ਤੁਸੀਂ ਉਹਨਾਂ ਨਾਲ ਸੀਗੇ ਜਦੋਂ ਵਿਜ਼ਿਟ ਹੋਈ, ਤੇ ਜਦੋਂ ਇੱਥੋਂ ਦੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਇੰਡੀਆ ਵਿਜ਼ਿਟ ਗਏ ਉਦੋਂ ਵੀ ਤੁਸੀਂ ਉਹਨਾਂ ਨੂੰ ਐਸਕੌਰਟ ਕੀਤਾ ਸੀਗਾ। ਤੇ ਆਈ ਥਿੰਕ 1996 ਦਾ ਟਾਈਮ ਸੀਗਾ ਜਦੋਂ ਮਤਲਬ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਵਿਜ਼ਿਟ ਕੀਤੀ ਸੀ ਇੰਡੀਆ। ਤਦੋਂ back then, you know, as I said, protocol was my forte, and ਮੇਰਾ ਸੁਭਾਗ ਮਿਲਿਆ ਕਿ that I have been able to handle many among the Canadian Prime Minister, Canadian Governor General Romeo LeBlanc, ਜੋ ਬਾਅਦ ਚ ਵੀ ਆਏ 98-99 ਚ, ਤਾਂ ਯੈਸ। ਔਰ ਉਹਨਾਂ ਦੇ ਨਾਲ ਇੱਕ ਡੈਲੀਗੇਸ਼ਨ ਵਗੈਰਾ ਆਉਂਦਾ ਸੀਗਾ। ਮੈਨੂੰ ਬੜੀ ਮਿੱਠੀ ਯਾਦ ਹੈ, ਭੁੱਲਰ ਸਾਹਿਬ was one of the media delegates, and Mr. Malli, the longest serving Sikh MP in Canada, was also part of the delegation. It felt so good कि एक incident मैं तो दसा कि little later, not 96 ਜਦੋਂ ਨਰਸਿਮਾ ਬਾਅਦ ਦਾ, कि Prime Minister Vajpayee ਦੇ ਦੌਰਾਨ, you know, while we were escorting the delegation, ਤੇ somehow ਜਿਵੇਂ senior official notice के ਦੋ ਸਿੱਖ ਜਿਹੜੇ delegate ਸੀਗੇ, ਤੇ ਲਾਈਨਅਪ ਹੁੰਦਾ ਇੰਡੀਅਨ ਲਾਈਨਅਪ ਐਂਡ ਕੈਨੇਡੀਅਨ ਲਾਈਨਅਪ। ਤਾਂ ਮੈਨੂੰ ਇੱਕ ਸੀਨੀਅਰ ਡੈਲੀਗੇਟ ਕਹਿੰਦੇ ਕਿ ਉਹ ਗਲਤ ਖੜੇ ਹੋ ਗਏ, ਪਲੀਜ਼ ਉਹਨਾਂ ਨੂੰ ਇਸ ਪਾਸੇ ਕਰ ਦਿਓ ਇੰਡੀਅਨ ਸਾਈਡ ਤੇ। ਐਂਡ ਆਈ ਟੋਲਡ ਹਿਮ, ਲੁੱਕ, ਦੇ ਆਰ ਟਰਬਨ ਵੇਅਰਿੰਗ ਕੈਨੇਡੀਅਨਸ। So I have that, and I compliment Ullar Saab, of course, came little later, and Hamdard da jada connection thiga, I have a very fond memory of that. So ਉੱਥੇ ਤੁਹਾਡੀ ਪਹਿਲਾ ਮੁਲਾਕਾਤ ਹੋਈ ਸੀ ਸਰ ਨਾਲ? ਜੀ ਜੀ। ਤੇ ਜਿਵੇਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਹਮੇਸ਼ਾ ਨਾ ਜਦੋਂ ਵੀ ਤੁਹਾਡਾ ਐਕਸਪੀਰੀਅੰਸ ਹੋ, ਤੁਸੀਂ ਕਿੰਨੇ ਹੀ ਪ੍ਰਾਈਮ ਮਿਨਿਸਟਰਸ ਨੂੰ ਮਿਲੇ ਹੋਵੋਗੇ, ਕਿੰਨੇ ਹੀ ਤੁਸੀਂ ਦੇਸ਼ ਵਿਜ਼ਿਟ ਕਰ, ਮੈਂ ਆਨਲਾਈਨ ਚੈੱਕ ਕਰ ਰਹੀ ਸੀ, ਤੁਸੀਂ ਹਜੇ ਤੱਕ 250 ਫੋਰਨ ਆਈ ਥਿੰਕ ਵਿਜ਼ਿਟਸ ਹੋ ਚੁੱਕੀਆਂ ਨੇ। 250 ਇਫ ਆਈ ਐਮ ਕਰੈਕਟ, ਮਤਲਬ ਤੁਸੀਂ ਮੈਨੂੰ 200 ਪਲੱਸ ਮੈਂ ਹਮੇਸ਼ਾ ਕਾਊਂਟ ਕਰਦਾ, 250 ਜਿਹੜੀ ਐਗਜ਼ੈਕਟ ਨੰਬਰ ਉੱਥੇ ਸੀਗਾ। ਐਂਡ ਇਹ ਜਿਹੜੀ ਵਿਜ਼ਿਟਸ ਨੇ ਓਵਰਆਲ ਤੁਸੀਂ ਕੀ ਸਿੱਖਿਆ ਹੈ? ਅੱਜ ਕੱਲ੍ਹ ਨਾ ਨੌਜਵਾਨਾਂ ਨੂੰ ਹੈ ਘੁੰਮਣ ਦਾ ਸ਼ੌਂਕ, ਐਂਡ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਹੋਰ ਦੇਖੋ ਦੁਨੀਆ ਬਾਹਰ ਕੀ ਹੈ, ਕੀ ਚੱਲਦਾ ਹੈ, ਕਿਵੇਂ ਹੈ। ਫਿਰ ਤੁਸੀਂ ਅੱਡ ਕੰਟਰੀਜ਼ ਵਿਜ਼ਿਟ ਕੀਤੀਆਂ ਨੇ, ਐਂਡ ਜੋ ਵੀ ਵਧੀਆ ਚੀਜ਼ਾਂ ਤੁਸੀਂ ਚਾਹੁੰਦੇ ਹੋ ਕਿ ਉਹ ਅਸੀਂ ਇੰਡੀਆ ਵਿੱਚ ਆਪਣੇ ਯੂਥ ਨੂੰ ਆਪਣੇ ਸਿਸਟਮ ਵਿੱਚ ਪਾਈਏ, ਪਰ ਉਦੋਂ ਹੀ ਤੁਸੀਂ ਕੁਝ ਇਹੋ ਜਿਹੀ ਸ਼ਖਸੀਅਤਾਂ ਨੂੰ ਵੀ ਮਿਲੇ ਹੋ ਕਿ ਜਿਨ੍ਹਾਂ ਦੇ ਅਸੀਂ ਨਾਮ ਸੁਣੇ ਹੈ, ਜਿਨ੍ਹਾਂ ਦੇ ਅਸੀਂ ਮਤਲਬ ਕੋਟਸ ਵੀ ਪੜ੍ਹਦੇ ਹਾਂ, ਸਾਡੀ NCERT ਬੁੱਕਸ ਵਿੱਚ ਵੀ ਛਪੇ ਹੋਏ ਨੇ, ਬਟ ਰੀਅਲ ਲਾਈਫ 'ਚ ਉਹਨਾਂ ਨਾਲ ਮਿਲਣਾ, ਕੋਈ ਕਿੱਸਾ ਜਾਂ ਫਿਰ ਦੋ ਇਹੋ ਜਿਹੇ ਲੋਕ ਕਿ ਜਿਨ੍ਹਾਂ ਨੂੰ ਮਿਲ ਕੇ ਜਿੱਦਾਂ ਅਸੀਂ ਸੁਣਿਆ ਤੇ ਉਦਾਂ ਹੀ ਨੇ। ਦੇਖੋ, as I said, I was fortunate, ਮੈਂ ਤੁਹਾਨੂੰ ਦੱਸਿਆ ਕਿ 3 US ਪ੍ਰੈਜ਼ੀਡੈਂਟ ਨੂੰ ਮੈਂ ਹੈਂਡਲ ਕਰਨ ਦਾ ਵੀ ਮੌਕਾ ਮਿਲਿਆ। ਪ੍ਰੈਜ਼ੀਡੈਂਟ ਕਲਿੰਟਨ, ਪ੍ਰੈਜ਼ੀਡੈਂਟ ਬੁਸ਼, ਪ੍ਰੈਜ਼ੀਡੈਂਟ ਓਬਾਮਾ, ਪ੍ਰੈਜ਼ੀਡੈਂਟ ਪੁਤਿਨ, ਕੁਈਨ ਐਲਿਜ਼ਾਬੈਥ, ਮੈਨੀ, ਮੈਂ ਸਾਰੇ ਦੇ ਨਾਮ ਯਕਸ਼ਰਾਕ ਜੀ ਦੇ ਸੀ ਗੱਲ ਕਰੀ, ਕੈਨੇਡੀਅਨ PM ਵਗੈਰਾ ਦੀ। ਹਰ ਇੱਕ ਬੰਦਾ, if they reach a certain level, has some strength in his character, ਬਿਲਕੁਲ, ਜੇ ਕਰਕੇ ਤੁਸੀਂ ਦੇਖੋ। ਬਟ ਜਨਰਲੀ ਤੁਸੀਂ ਜੇ ਸਿੱਖਣਾ ਚਾਹੋ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ, ਨਾਟ ਓਨਲੀ ਇਨ ਟਰਮਸ ਆਫ ਕਿ ਉਹਨਾਂ ਦੀ ਕਲਚਰ ਕੀ ਹੈ। ਮੈਂ ਥੋੜਾ ਜਿਹਾ ਤੁਹਾਨੂੰ ਇਹਦੇ ਚ ਦੱਸਣਾ, ਮੈਂ ਜਦੋਂ ਪਹਿਲੀ ਵਾਰੀ ਮੈਂ ਹਾਈ ਡਿਗਨਿਟਰੀ ਨਾਲ ਜਾਪਾਨ ਗਿਆ, ਤੇ ਮੈਂ ਜਦੋਂ ਲੰਚ ਵਿੱਚ ਬਹਿਣਾ ਸੀਗਾ, ਤੇ ਅਸੀਂ, ਤੁਹਾਡਾ ਜਿਹੜਾ ਪ੍ਰੋਟੋਕੋਲ ਦਾ ਕੰਮ ਹੁੰਦਾ, ਤੁਸੀਂ ਪਹਿਲੇ ਵੀ ਅਰੇਂਜਮੈਂਟ ਦੇਖਣਾ, ਬਾਅਦ ਚ ਵੀ ਦੇਖਣਾ, ਫਿਰ ਐਸਕੌਰਟ ਕਰਨਾ। ਤਾਂ ਮੈਂ ਇੱਕ ਚੀਜ਼ ਆਬਜ਼ਰਵ ਕਰੀ, ਮੈਟੀਕੂਲਸਨੈਸ, ਅਟੈਂਸ਼ਨ ਟੂ ਡਿਟੇਲ। ਤਾਂ ਉਹਨਾਂ ਦੇ ਜਿਹੜੇ ਇੰਚਾਰਜ ਸੀਗੇ ਪ੍ਰੋਟੋਕੋਲ ਦੇ, ਤਾਂ ਉਹਨਾਂ ਨੇ ਇੱਕ ਵੱਡਾ ਜਿਹਾ ਸਕੇਲ ਕੱਢਿਆ, ਤੇ ਜੋ ਟੇਬਲ ਤੇ ਗਲਾਸਿਸ ਪਏ ਸੀਗੇ, ਉਹਨਾਂ ਨੇ ਉਹਨਾਂ ਨੂੰ ਮੈਜ਼ਰ ਕੀਤਾ ਕਿ ਇੱਥੋਂ ਕਿੰਨੇ ਕੁ ਦੂਰ ਸੀਗੇ ਔਰ ਉਹਨਾਂ ਵਿੱਚ ਕਿੰਨਾ ਡਿਸਟੈਂਸ ਸੀਗਾ। ਸੋ ਪਾਰਟਿਕੂਲਰ ਮਤਲਬ, ਤੇ I was so astonished ਕਿ ਬਈ at such a level, ਔਰ ਇੰਨੇ ਸੀਨੀਅਰ ਹੋਣ ਤੋਂ ਬਾਵਜੂਦ ਵੀ he took out the scale and started measuring। ਔਰ ਇਹ ਮੈਂ ਗੱਲ ਕਰ ਰਿਹਾ ਜਾਪਾਨੀ ਦੀਆਂ। ਤੇ ਦੂਸਰਾ ਸੀਗਾ ਪੋਲਾਈਟਨੈਸ। ਜਦੋਂ ਉਹ ਇੱਕ ਦੂਜੇ ਨੂੰ, ਅਸੀਂ ਜਿਵੇਂ ਸਤਿ ਸ੍ਰੀ ਅਕਾਲ ਕਰਨੇ ਆ, ਤਾਂ ਹਲਕਾ ਜਿਹਾ ਬਾਉ ਕਰਦੇ ਨੇ। ਤੇ ਮੈਂ ਇੱਕ ਨੋਟਿਸ ਕੀਤਾ ਕਿ ਜਿਵੇਂ ਸੀਨੀਅਰ ਆ ਤੇ ਉਹ ਘੱਟ ਬਾਉ ਕਰ ਰਿਹਾ, ਇਵਨ ਦੋ ਦੇ ਵਰ ਸਪੋਜ਼ਡ ਟੂ ਬੀ ਬਾਇੰਗ ਲਿਟਲ ਮੋਰ। ਤੇ ਬਿਕਾਜ਼ ਜੈਪਨੀਜ਼ ਕਲਚਰ, ਜੇ ਤੁਸੀਂ ਇੰਨਾ ਬਾਉ ਕਰਿਆ ਤੇ ਅਦਰ ਪਰਸਨ ਇਜ਼ ਸਪੋਜ਼ਡ ਟੂ ਬੀ ਡੂਇੰਗ ਮੋਰ।
तो ਉਹਨਾਂ ਨੂੰ ਤਕਲੀਫ ਨਾ ਹੋਏ ਤੇ such was the observation you Right. notice. ਰਾਈਟ And in terms of precision, मैं जे ਗੱਲ ਕਰਾਂ ਬਾਕੀ ਜਗ੍ਹਾ ਦੀ ਮੈਂ ਕੰਟਰੀ ਦਾ ਨਾਮ ਨਹੀਂ ਲੈਣਾ ਚਾਹਾਂਗਾ ਬਟ ਇਟ ਵਾਸ ਸੋ ਪ੍ਰੀਸਾਈਜ਼ ਕਿ ਇੱਕ ਸੋਲਜਰ ਦੇ ਜਿਹੜਾ ਬ੍ਰਾਸ ਮੈਡਲ ਸੀਗਾ ਉਹ ਪੋਲਿਸ਼ ਨਹੀਂ ਸੀਗਾ and in front of me the general ordered him to the third row and replaced him with a soldier in the front row. ਐਸੀ precision ਵੀ ਹੈਗੀ ਹੈ ਸੇਮ ਸਾਡੇ ਵੀ ਜੇ ਤੁਸੀਂ ਦੇਖੋ ਕਿ ਬਈ ਜਿਹੜਾ ਕੋਰੀਓਗ੍ਰਾਫ ਟਾਈਮ ਹੈਗਾ ਰਿਪਬਲਿਕ ਡੇ ਪਰੇਡ ਦਾ ਜਿਵੇਂ ਇੰਡੀਆ 'ਚ ਹੁੰਦੀ ਹੈ ਤੇ ਸੈਕਿੰਡਸ ਦਾ ਮਾਰਜਨ ਹੈਗਾ ਯੈਸ ਸੋ ਐਸ ਤੁਸੀਂ ਕਹੋ ਕਿ ਕੀ ਸਿੱਖਣਾ ਹੈ ਤੇ ਫੋਕਸ ਐਂਡ ਅਟੈਂਸ਼ਨ ਟੂ ਡਿਟੇਲ ਐਂਡ ਇੰਪਲੀਮੈਂਟੇਸ਼ਨ ਜੇ ਤੁਸੀਂ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਕਰੋਗੇ ਤੇ I'm sorry to say ਮੇਰੇ ਕਹਿਣ ਦਾ ਭਾਵ ਹੈ ਸੀਗਾ in referring to these that unless the three come together there is no synchronization or no coordination, there is no purpose. ਬਿਲਕੁਲ there is no purpose, of course they all correlate with each other at some point. So ਬਹੁਤ ਸਾਰੀਆਂ ਲਾਈਕ ਮੇਰੇ ਕੋਲ ਤਾਂ ਹਜੇ ਬਹੁਤ ਸਵਾਲ ਨੇ ਬਟ ਮੈਨੂੰ ਪਤਾ ਸਾਡੇ ਨਾਲ ਤੁਸੀਂ ਇੱਕ ਹੋਰ ਵਾਰ ਤੁਸੀਂ ਇੰਟਰਵਿਊ ਕਰੋਗੇ ਸੋ ਮੈਂ ਇੱਕ ਲਾਸਟ ਕੁਐਸਚਨ ਪੁੱਛਣਾ ਚਾਹੂੰਗੀ ਇਜ਼ देयर ਐਨੀ ਮੈਸੇਜ ਜਿਹੜਾ ਤੁਸੀਂ ਕੋਈ ਸਾਡੇ ਚੈਨਲ ਹਮਦਰਦ ਦੇ ਤੁਸੀਂ ਥਰੂ ਯੂਥ ਨੂੰ ਜਾਂ ਫਿਰ ਇੱਥੇ ਕੈਨੇਡਾ ਵਿੱਚ ਰਹਿੰਦੇ ਐਨਆਰਆਈਜ਼ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਇੱਕ ਕਹਾਂਗਾ ਕਿ ਦੇਖੋ ਜਿਵੇਂ ਅਸੀਂ ਮੈਂ ਤਿੰਨ ਚੀਜ਼ਾਂ ਤੇ ਮੈਂਸ਼ਨ ਕੀਤੀਆਂ ਨੇ ਫੋਕਸ ਅਟੈਂਸ਼ਨ ਐਂਡ ਡਿਟੇਲ ਲੇਕਿਨ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਟੈਕਨੋਲੋਜੀ ਦਾ ਹੈਗਾ ਐਂਡ ਦ ਟੈਕਨੋਲੋਜੀ ਇਜ਼ ਚੇਂਜਿੰਗ ਐਟ ਅ ਹਿਊਜ ਪੇਸ ਸੋ ਆਈ ਵੁੱਡ ਓਨਲੀ ਸੇ ਯੂ ਨੋ be relevant to the time in which you live. अगर जिवें Canon company सब तो बड़ी camera company सीगी is no more there because they couldn't adopt. Fuji one of the largest could not. ते तुसी आज देखो जो platform ने जेड़े Amazon है one of the world's largest platform e-commerce ते पहले नहीं सीगे McDonald. So तुसी जे to be contemporarily relevant you have to update your knowledge. You have to stay focused. And you have to be consistent. Yes. And in a time-bound manner. Only then it is possible for you to succeed. And unless you keep pace with the technology, very soon you will be redundant. मेरे एक favorite मैं बार-बार repeat भी करना quote कि in जिस तरीके नाल artificial intelligence and machine learning develop कर रही है जिस speed ते मेरा अपना मानना है कि next 5 years which Indian or the human species will be the second most intelligent species on this earth. Machine will become number one. Yes. They try and upgrade your knowledge. Keep focused because sab to bada diversion is your screen. Yes. And be consistent in your approach and be wise in utilizing your time. And I think ये 4-5 चीज़ां तुसी करके you can reach any goal in any field. ਸਰ ਥੈਂਕ ਯੂ ਸੋ ਮਚ ਫॉर ਯੋਰ ਵਾਈਜ਼ ਵਰਡਸ ਸਾਨੂੰ ਆਪਣਾ ਵੈਲਿਊਬਲ ਟਾਈਮ ਸ਼ੇਅਰ ਕਰਨ ਲਈ ਸਰ ਆਪਣਾ 35 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਇੱਕ ਘੰਟੇ ਵਿੱਚ ਤਾਂ ਪੂਰਾ ਨਹੀਂ ਹੋ ਸਕਦਾ ਪਰ ਜ਼ਰੂਰ ਹੋਰ ਬਹੁਤ ਸਵਾਲ ਨੇ ਉਹ ਬਹੁਤ ਗੱਲਾਂ ਨੇ ਜਿਹੜੀ ਤੁਹਾਡੇ ਨਾਲ ਕਰਨਾ ਚਾਹਾਂਗੇ ਬਟ ਟਾਈਮ ਦੇ ਕਰਕੇ ਅਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੇ ਸਰ ਥੈਂਕ ਯੂ ਇੱਥੇ ਆਉਣ ਲਈ ਹਮਦਰਦ ਟੀਵੀ ਸਟੂਡੀਓ ਦੇ ਵਿੱਚ ਆਉਣ ਲਈ ਸਾਡਾ ਗੱਲਬਾਤ ਕਰਨ ਲਈ ਤੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੂੰਗੀ ਉਮੀਦ ਕਰਦੀ ਹਾਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਬਹੁਤ ਜ਼ਰੂਰੀ ਗੱਲਾਂ ਤੇ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕਿਉਂਕਿ ਮੈਨੂੰ ਤਾਂ ਮਿਲਿਆ ਤਾਂ ਜ਼ਰੂਰ ਜੇ ਤੁਸੀਂ ਹੋਰ ਇਹੋ ਜਿਹੇ ਕਨਵਰਸੇਸ਼ਨਸ ਹੋਰ ਇਹੋ ਜਿਹੇ ਗੱਲਾਂ ਸੁਣਨਾ ਚਾਹੁੰਦੇ ਹੋ ਹਮਦਰਦ ਟੀਵੀ ਦੇਖਦੇ ਰਹੋ ਕਿਉਂਕਿ ਅਸੀਂ ਹੋਰ ਇਹੋ ਜਿਹੀ ਸ਼ਖਸੀਅਤ ਨਾਲ ਗੱਲ ਕਰਦੇ ਹਾਂ ਜਿਵੇਂ ਕਿ ਮੋਹਿੰਦਰ ਪ੍ਰਤਾਪ ਸਿੰਘ ਜੀ MP ਸਿੰਘ ਜੀ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਨੂੰ ਦੇਖਣ ਲਈ ਮੇਰਾ ਨਾਮ ਖੁਸ਼ੀ ਅਰੋੜਾ ਹੈ ਤੇ ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ